ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ, ਜਿੱਥੇ ਚੋਣਾਂ ਦਾ ਅਖਾੜਾ ਜਿਹੜਾ ਹੈਗਾ ਪੂਰੀ ਤਰ੍ਹਾਂ ਭਖ ਚੁੱਕਿਆ ਹੈਗਾ। ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਨਵੇਂ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾਵੇ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਪਾਰਟੀ ਸੱਤਾ ਦੇ ਵਿੱਚ ਲਿਆਂਦੀ ਜਾਵੇ। ਜਾਨੀ ਕਿ ਇੱਥੇ ਚੁਣਾਵੀ ਅਖਾੜਾ ਜਿਹੜਾ ਭਖਿਆ, ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਨੌਜਵਾਨ ਜਿਹੜੇ ਇਸ ਵਕਤ ਪੂਰੀ ਯੂਨੀਵਰਸਿਟੀ ਦੇ ਵਿੱਚ ਆਪਣੀ ਕਮਾਨ ਸੰਭਾਲ ਕੇ ਚੱਲੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਗੱਲਬਾਤ ਕਰਕੇ ਸਮਝਾਂਗੇ ਕਿ ਅੱਜ ਕਿਹੜੇ ਵਿਸ਼ੇ ਨੇ, ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਵਿਦਿਆਰਥੀਆਂ ਦੇ ਵਿੱਚ ਵਿਚਰ ਰਹੇ ਨੇ, ਕਿਹੜੇ ਵਿਸ਼ੇ ਨੂੰ ਲੱਗਦਾ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣਨੇ ਚਾਹੀਦੇ ਨੇ ਤੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਹੈ, ਡਿਸਕਸ਼ਨ ਹੋਣੀ ਚਾਹੀਦੀ। ਸਾਡੇ ਨਾਲ ਨੌਜਵਾਨ ਮੌਜੂਦ ਨੇ। ਬਾਈ, ਐਸਓਆਈ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਕਤ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਹੈ? देखो SOI ਦਾ ਹਮੇਸ਼ਾ ਜਿਹੜੀ ਪਹਿਲ ਰਹੀ ਹੈ ਸਟੂਡੈਂਟ ਵੈਲਫੇਅਰ ਨੂੰ ਲੈ ਕੇ ਰਹੀ ਹੈ। ਅਸੀਂ ਸਟੂਡੈਂਟ ਵੈਲਫੇਅਰ ਦੇ ਵਾਸਤੇ ਜੇ ਅਸੀਂ 2015 ਦੇ ਵਿੱਚ ਵੀ ਕੌਂਸਲ 'ਚ ਆਏ, 2019 ਦੇ ਵਿੱਚ ਵੀ ਆਏ, ਜੇ ਅਸੀਂ ਆਪਦੇ ਕੰਮਾਂ ਦੀ ਲਿਸਟ ਗਿਣਾਉਣ ਲੱਗੀਏ ਤੇ ਬੜੀ ਵੱਡੀ ਹੈ। ਜੇ ਯੂਨੀਵਰਸਿਟੀ ਦੇ ਵਿੱਚ ਹੋਸਟਲਾਂ ਦੇ ਵਿੱਚ ਸੋਲਰ ਪੈਨਲ ਸੀ, ਉਹ ਲੈ ਕੇ SOI ਆਈ ਹੈ। ਜੇ ਗਰਲਜ਼ ਹੋਸਟਲ ਦੇ ਵਿੱਚ ਜਿੰਨੇ ਵੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਸੀ ਉਹਨਾਂ ਦੀ ਜੇ ਇੰਸਟਾਲ ਕਰਾਈ ਹੈ ਤੇ ਉਹ ਸਾਰਾ ਕੁਝ SOI ਲੈ ਕੇ ਆਈ ਹੈ। ਸ਼ਟਲ ਸਰਵਿਸ ਜਿਹੜੀ ਸ਼ੁਰੂ ਕੀਤੀ ਯੂਨੀਵਰਸਿਟੀ ਦੇ ਵਿੱਚ ਉਹ SOI ਲੈ ਕੇ ਆਈ। ਕੁੜੀਆਂ ਵਾਸਤੇ ਜਿਮ ਸੀ ਜਿਹੜੀ ਉਹ ਲੈ ਕੇ ਆਈ, ਜਿਹੜੀ ਸੈਪਰੇਟ ਜਿਮ ਹੈ ਕੁੜੀਆਂ ਵਾਸਤੇ ਉਹ ਲੈ ਕੇ ਆਏ ਤੇ SOI ਵਾਲੇ ਲੈ ਕੇ ਆਏ। ਸੋ ਇਸ ਕਰਕੇ ਜੇ ਕੰਮਾਂ ਦੀ ਲਿਸਟ ਗਿਣਾਈਏ ਤੇ ਬਹੁਤ ਲੰਮੀ ਹੈ ਤੇ ਸਾਡਾ ਹੁਣ ਵੀ ਜਿਹੜਾ ਸਭ ਤੋਂ ਵੱਡੀ ਜਿਹੜੀ ਪਹਿਲ ਹੈ ਉਹ ਸਟੂਡੈਂਟ ਵੈਲਫੇਅਰ ਨੂੰ ਲੈ ਕੇ। ਤੇ ਇੱਕ ਦੂਜੀ ਗੱਲ, ਜਿਹੜਾ ਯੂਨੀਵਰਸਿਟੀ ਦੇ ਵਿੱਚ ਇੱਕ ਡਰ ਵਾਲਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਤੇ ਸਟੂਡੈਂਟ ਦੀ ਸੇਫਟੀ ਵੀ ਸਾਡੀ ਹੈ ਜਿਹੜੀ ਹਮੇਸ਼ਾ ਪਹਿਲ ਰਹੀ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਰਹੇਗੀ। ਕਰਨ, NSUI ਪਾਰਟੀ ਵੀ ਲੋਕਾਂ 'ਚ ਵਿਚਰ ਰਹੀ ਹੈ, ਕਿਹੜੇ ਤੁਹਾਨੂੰ ਲੱਗਦਾ, ਜਿੱਦਾਂ ਬਾਈ ਹੁਣੀ ਕਹਿੰਦੇ ਕਿ ਸਾਡੀ ਪਾਰਟੀ ਨੇ ਚੰਗਾ ਕੰਮ ਕਰਾਇਆ ਹੈਗਾ, NSUI ਨੂੰ ਵੀ ਮੌਕਾ ਮਿਲਿਆ ਹੈਗਾ ਇੱਥੇ ਜ਼ਿੰਮੇਵਾਰੀ ਸੰਭਾਲਣ ਦਾ, ਤੁਹਾਡਾ ਵੀ ਪ੍ਰੈਜ਼ੀਡੈਂਟ ਰਿਹਾ ਹੈਗਾ ਜਦੋਂ ਸਰਕਾਰ ਆਈ ਸੀ, ਤਾਂ ਤੁਸੀਂ ਲੱਗਦਾ ਕਿ ਜਿੱਦਾਂ SOI ਕਹਿ ਰਹੀ ਕਿ ਅਸੀਂ ਬਹੁਤ ਕੰਮ ਕਰਾਏ ਨੇ, ਤੁਹਾਡੀ ਪਾਰਟੀ ਨੇ ਕਰਾਏ? ਦੇਖੋ ਜੀ, ਯੂਨੀਵਰਸਿਟੀ ਦੇ ਵਿੱਚ ਸਭ ਤੋਂ ਸਿੰਗਲ ਲਾਰਜੈਸਟ ਪਾਰਟੀ ਹੈ ਉਹ NSUI ਹੈ ਜੀ। ਔਰ NSUI ਹਰ ਇੱਕ ਡਿਪਾਰਟਮੈਂਟ, ਹਰ ਇੱਕ ਕਲਾਸ ਦੇ ਵਿੱਚ ਤੁਹਾਨੂੰ ਸਾਡਾ ਕੋਈ ਨਾ ਕੋਈ ਜਿਹੜਾ ਨੁਮਾਇੰਦਾ ਤੁਹਾਨੂੰ ਮਿਲੇਗਾ। ਔਰ ਇਹ ਇਸ ਕਰਕੇ ਹੈ ਕਿਉਂਕਿ ਸਟੂਡੈਂਟਸ ਦੇ ਵਿੱਚ ਸਾਰਾ ਸਾਲ ਵਿਚ ਰਹੇ ਹਾਂ। ਪਿਛਲੇ ਲੰਬੇ ਦਹਾਕੇ ਤੋਂ ਤੁਹਾਨੂੰ ਪਤਾ ਹੀ ਹੈ, ਤੁਸੀਂ ਕਵਰ ਅਪ ਕੀਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ, ਚਾਹੇ ਸਟੂਡੈਂਟ ਸੈਂਟਰ ਤੇ ਅੱਜ ਖੜੇ ਆ, ਛੋਟੀ ਜੀ ਗੱਲ ਹੈ ਵੈਸੇ ਕਹਿਣ ਨੂੰ ਕਿ ਰੈਂਪ ਬਣੇ ਨੇ। ਇਹ ਸਟੂਡੈਂਟ ਸੈਂਟਰ ਜਿਹੜਾ ਕਿਸੇ ਲਈ ਅਸੈਸੇਬਲ, ਡਿਫਰੈਂਟਲੀ ਏਬਲ ਸਟੂਡੈਂਟਸ ਲਈ ਅਸੈਸੇਬਲ ਨਹੀਂ ਸੀਗਾ, ਕਹਿਣ ਨੂੰ ਛੋਟੀ ਜੀ ਗੱਲ ਆ, ਬਟ ਅੱਜ ਹਰ ਕਿਸੇ ਲਈ ਅਸੈਸੇਬਲ ਆ। ਜਿਹੜੀ ਸਟੂਡੈਂਟ ਇਲੈਕਸ਼ਨ ਹੁੰਦੀ ਆ, ਸਟੂਡੈਂਟ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਵੀ ਮੁੱਦੇ ਉਠਾਉਣੇ ਚਾਹੀਦੇ, ਸਟੂਡੈਂਟ ਸੈਂਟਰਿਕ ਹੋਣੇ ਚਾਹੀਦੇ ਆ। ਅਸੀਂ ਨਵੀਂ ਐਜੂਕੇਸ਼ਨ ਪਾਲਿਸੀ ਦੀ ਖਿਲਾਫਤ ਕਰਦੇ ਆ। ਔਰ ਕੀ ਨਾ ਹੁੰਦਾ, ਸਾਡਾ ਏਜੰਡਾ ਹੈ ਕਿ ਜਿਹਨੂੰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲਦੀ ਆ ਉਹਨੂੰ ਹੋਸਟਲ ਵੀ ਮਿਲਣਾ ਚਾਹੀਦਾ। ਇਹ ਕੀ ਨਾ ਹੁੰਦਾ, ਸਾਡਾ ਰਾਈਟ ਬਣਦਾ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹੋਰ ਵੀ ਜਿਹੜੇ ਸਾਡਾ ਪਲੇਸਮੈਂਟਸ ਤੇ ਸਾਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਆਪਣਾ ਇਸ ਯੂਨੀਵਰਸਿਟੀ ਦਾ ਜਿਹੜਾ ਗ੍ਰਾਫ ਆ ਪਿਛਲੇ 2-3 ਸਾਲ ਤੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਆਪਾਂ ਜਿਹੜੀ ਹੁੰਦੀ ਆ ਆਪਣੀ ਪਲੇਸਮੈਂਟਸ ਤੇ ਆਪਾਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਆਪਾਂ ਥੋੜਾ ਜਿਹਾ ਆਪਣੇ ਆਕਾਂ ਨੂੰ ਥੋੜਾ ਜਿਹਾ ਚਮਕਾਉਣ ਦੇ ਲਈ ਉਧਰ ਆਪਣਾ ਕੋਸ਼ਿਸ਼ ਕੀਤੀ ਗਈ ਆ, ਨਾ ਕਿ ਆਪਾਂ ਸਟੂਡੈਂਟ ਇਸ਼ੂਸ ਨੂੰ ਥੋੜਾ ਜਿਹਾ ਐਡਰੈਸ ਕਰੇ, ਮਤਲਬ ਆਪਣੇ ਲੋਕ ਕੀਤਾ ਨਹੀਂ ਗਿਆ। ਇਸ ਦੇ ਕਰਕੇ ਜਿਹੜਾ ਮੈਂ ਮੰਨਦਾ ਕਿ ਥੋੜੀ ਜਿਹੜੀ ਚੀਜ਼ਾਂ ਨੂੰ ਸਾਨੂੰ ਨਿਖਾਰਨਾ ਚਾਹੀਦਾ, ਸਟੂਡੈਂਟ ਇਸ਼ੂਸ ਨੂੰ ਜਿਹੜਾ ਔਰ ਐਡਰੈਸ ਕਰਨਾ ਚਾਹੀਦਾ। CYSS ਬੱਟਾ ਸਾਹਿਬ, ਤੁਹਾਨੂੰ ਵੀ ਜ਼ਿੰਮੇਵਾਰੀ ਮਿਲ ਗਈ, ਹੁਣ ਲੰਮਾ ਸਮਾਂ ਤੁਹਾਡਾ ਵੀ ਹੋ ਗਿਆ ਇੱਥੇ, ਲੱਗਦਾ ਕਿ ਉਹ ਵਾਲੀਆਂ ਚੀਜ਼ਾਂ ਕਰ ਸਕੀਆਂ ਜਿਹੜਾ ਤੁਸੀਂ ਚਾਹੁੰਦੇ ਸੀਗੇ ਕਿ ਬਾਕੀ ਧਿਰਾਂ ਨਹੀਂ ਕਰ ਸਕੀਆਂ, ਤੁਹਾਨੂੰ ਵੀ ਮੌਕਾ ਮਿਲਿਆ ਸੀਗਾ? ਹੁਣ ਆਲਮੋਸਟ ਜਿਹੜਾ ਸਾਡਾ ਮੈਨੀਫੈਸਟੋ ਸੀ ਉਹ 'ਚੋਂ 75 ਤੋਂ 80% ਅਸੀਂ ਡਨ ਕਰ ਚੁੱਕੇ ਹਾਂ। ਅੱਜ ਹੀ ਵਧਾਈ ਦੀ ਗੱਲ ਹੈ ਕਿ ਜਿਹੜਾ ਫੰਡ ਸੀਗਾ ਪੰਜਾਬ ਸਰਕਾਰ ਵੱਲੋਂ ਰਿਲੀਜ਼ ਹੋ ਗਿਆ। ਕੁਝ ਕੁ ਦਿਨਾਂ ਪਹਿਲਾਂ CM ਸਾਹਿਬ ਆਪ ਆ ਕੇ ਗਏ ਸੀਗੇ। ਬਹੁਤ ਕੌਂਸਲ ਆਈਆਂ ਨੇ, ਸਟੂਡੈਂਟ ਕੌਂਸਲ ਵੀ ਆਈ ਹੈ, ਪੋਲੀਟੀਕਲ ਪਾਰਟੀ ਕੌਂਸਲ ਆਈ ਹੈ। ਕਿਸੇ ਨੇ ਵੀ ਐਡਾ ਵੱਡਾ ਮੁੱਦਾ ਨਹੀਂ ਕੀਤਾ ਆਪਣਾ ਹੋਸਟਲ ਵਾਲਾ। ਉਹ ਤੋਂ ਬਾਅਦ ਬਿਊਟੀਫਿਕੇਸ਼ਨ, ਅੱਧੇ ਕਹਿੰਦੇ ਨੈਕ ਕਰਕੇ, ਨੈਕ ਤਾਂ ਹਰ ਸਾਲ ਆਉਂਦਾ ਹੈ, ਨੈਕ 4 ਸਾਲ ਬਾਅਦ ਆਉਂਦਾ ਹੀ ਹੈ, 4-5 ਸਾਲ ਬਾਅਦ, 4-5 ਸਾਲ ਪਹਿਲਾਂ, ਉਹ ਤੋਂ ਪਹਿਲਾਂ ਨਹੀਂ ਬਿਊਟੀਫਿਕੇਸ਼ਨ ਹੋ ਗਈ। ਹੋਰ ਵੀ ਕਈ ਮੁੱਦੇ ਨੇ, ਤੁਸੀਂ ਦੇਖ ਸਕਦੇ ਹੋ। ਉਹਦੇ ਕਾਰਨ ਹੀ ਸਾਨੂੰ ਇਸ ਵਾਰ ਫੇਰ ਹੰਗਾਰਾ ਮਿਲ ਰਿਹਾ ਦੁਬਾਰਾ। SFS ਵੀ ਆਪਣੇ ਤੌਰ ਤੇ ਚੋਣਾਂ ਲੜਦੀ ਰਹੀ ਹੈ, ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਿਹੜੇ ਕੰਮ ਕਹੇ ਗਏ ਸੀਗੇ ਹੋ ਸਕੇ ਨੇ ਤੁਹਾਡੇ ਹਿਸਾਬ ਨਾਲ? ਮਤਲਬ ਕੰਮ ਇੱਕ ਜ਼ਰੂਰ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਜਿੱਤ ਕੇ ਉਹ ਗੁਜਰਾਤ ਦੇ ਵਿੱਚ ਪ੍ਰਚਾਰ ਜ਼ਰੂਰ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਦਾ ਕਤਲ ਕੀਤਾ, ਜਦੋਂ ਅਸੀਂ ਇੱਥੇ ਸਟੂਡੈਂਟ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਪ੍ਰੋਟੈਸਟ ਕਰਦੀਆਂ ਨੇ ਤਾਂ ਇੱਥੇ CYSS ਜਿੰਦਾਬਾਦ ਦੇ ਨਾਰੇ ਤੇ ਇੱਥੇ ML ਆ ਕੇ ਇਹਨਾਂ ਦੇ ਗੁੰਡਾਗਰਦੀ ਕਰਦੇ ਨੇ। ਤਾਂ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਇੱਕ ਅਨਡਿਊ ਇਨਫਲੂਐਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ। ਤੇ ਪਿਛਲੇ ਸਾਲ ਵੀ CYSS ਨੇ 3-3 ਹਜ਼ਾਰ ਰੁਪਏ ਦੇ ਵਿੱਚ ਕੈਮੀਕਲ ਦੇ ਵਿੱਚ ਵੋਟਾਂ ਖਰੀਦੀਆਂ ਨੇ, ਦਾਰੂ ਵੰਡੀ ਆ। ਮਤਲਬ ਇਹਨਾਂ ਦਾ ਮੀਤ ਯਾਰ ਗੱਡੀ ਲੈ ਕੇ ਫੜਿਆ ਗਿਆ, ਇੱਥੇ ਉਹਦੀ ਗੱਡੀ ਫੜੀ ਗਈ ਹੈ।
ਤਾਂ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਇਹ ਪੋਲੀਟੀਕਲ ਮਾਹੌਲ ਜਿਹੜਾ ਜੇ ਇੰਨੇ ਹੀ ਸਟੂਡੈਂਟ ਫਰੈਂਡਲੀ ਆ, ਭਗਵੰਤ ਮਾਨ ਫੰਡ ਕਿਉਂ ਨਹੀਂ ਦਿੰਦਾ, ਸਿਰਫ ਐਲਾਨ ਕਰੀ ਜਾਂਦਾ, ਐਲਾਨ ਕਰ ਕਰਕੇ ਉਹਨੂੰ ਐਲਾਨ ਮੰਤਰੀ ਕਿਹਾ ਜਾਂਦਾ ਪੰਜਾਬ ਦੇ ਵਿੱਚ। ਤਾਂ ਯੂਨੀਵਰਸਿਟੀ ਦੀ ਪੋਲਿਟਿਕਸ ਦੇ ਵਿੱਚ ਐਮਐਲਏਆਂ ਦਾ ਕੋਈ ਕੰਮ ਨਹੀਂ ਹੈ, ਯੂਨੀਵਰਸਿਟੀ ਸਟੂਡੈਂਟਾਂ ਦੇ ਇਲੈਕਸ਼ਨ ਆ, ਯੂਨੀਵਰਸਿਟੀਆਂ ਦੇ ਵਿੱਚ ਐਮਐਲਏ ਕੀ ਕਰਨ ਆ ਰਹੇ ਨੇ। ਬਿਲਕੁਲ ਇਹ ਜਿਹੜਾ ਇਸ਼ੂ ਹੈਗਾ, ਮੈਂ ਇੱਧਰ ਫੇ ਆਉਂਗਾ, ਪਹਿਲਾਂ ਇੱਕ ਵਾਰੀ ਸਾਥ ਨੂੰ ਵੀ ਜੋੜ ਲਈਏ, ਕਿਉਂਕਿ ਮੈਨੂੰ ਇਹ ਹੈ ਕਿ ਸਾਰੇ ਇੱਕ ਵਾਰੀ ਆਪਣਾ ਪੱਖ ਰੱਖ ਲੈਣ। ਸਾਥ ਵੀ ਇਸ ਵਕਤ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਾਹੌਲ ਆ ਉਹ ਤੁਹਾਡੇ ਮੁਤਾਬਕ ਹੋਵੇ। ਲੱਗਦਾ ਕਿ ਜੇ ਤੁਹਾਨੂੰ ਮੌਕਾ ਮਿਲਦਾ ਹੈਗਾ ਤਾਂ ਤੁਸੀਂ ਕਿਹੜੇ ਇਸ਼ੂ ਰਹਿ ਗਏ ਤੁਹਾਡੇ ਜਿਹੜੇ ਐਡਰੈਸ ਨਹੀਂ ਹੋ ਰਹੇ? ਦੇਖੋ ਜੀ, ਅਸੀਂ ਸਭ ਤੋਂ ਪਹਿਲਾਂ ਇੱਥੇ ਰਿਸਰਚ ਦੀ ਅਕੈਡਮਿਕਸ ਦੀ ਗੱਲ ਹੋਣੀ ਚਾਹੀਦੀ, ਉਹਦੇ ਵਿੱਚ ਗ੍ਰੇਵੀਅਨ ਸੈੱਲ ਨੂੰ ਲੈ ਕੇ ਅਸੀਂ ਜਿਹੜਾ ਰਿਸਰਚ ਸਕੋਲਰ ਤਾਂ ਹੋਣਾ ਚਾਹੀਦਾ, ਜਿੱਥੇ ਉਹਨਾਂ ਨੂੰ ਬੜੀ ਦਿੱਕਤਦਾਰੀ ਆਉਂਦੀ ਵੀ ਸਾਰਾ ਪੁਆਇੰਟ ਉਹਨਾਂ ਦਾ ਰਿਸਰਚ ਦਾ ਜਿਹੜਾ ਗਾਈਡ ਦਿੱਤਾਂ ਦੇ ਵਿੱਚ ਉਹਨਾਂ ਨੂੰ ਬੜੀ ਦਿੱਕਤ ਆ ਰਹੀ, ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਅਸੀਂ ਲਾਇਬ੍ਰੇਰੀਆਂ ਦੀ ਕਪੈਸਿਟੀ ਵਧਾਉਣ ਤੇ ਗੱਲ ਕਰ ਰਹੇ ਹਾਂ, ਅਸੀਂ ਹੋਸਟਲਾਂ ਦਾ ਇਨਫਰਾਸਟ੍ਰਕਚਰ ਵਧੀਆ ਕਰਵਾਉਣ ਦੀ ਉਹਦੀ ਗੱਲ ਕਰ ਰਹੇ ਹਾਂ। ਇਹਦੇ ਨਾਲ ਪਲੇਸਮੈਂਟਸ ਤੇ ਅਸੀਂ ਕੰਮ ਕਰ ਰਹੇ ਹਾਂ, ਕਿਉਂਕਿ ਹਾਲੇ ਤੱਕ ਸਾਡੇ ਕੋਲ ਉਵੇਂ ਦੀ ਪਾਵਰ ਨਹੀਂ ਆਈ, ਪਰ ਕਰਕੇ ਵਿਖਾਵਾਂਗੇ। ਇੱਥੇ ਬੜੇ ਬੰਦੇ ਖੜੇ ਆ ਜਿਨ੍ਹਾਂ ਨੇ ਪਹਿਲਾਂ ਤੇ ਭਾਈ ਸਾਹਿਬ ਕਹਿੰਦੇ ਆ ਵੀ ਮੈਨੀਫੈਸਟੋ ਹੁੰਦਾ ਬਾਹਰ, ਜਦੋਂ ਆਪਾਂ ਕਿਤੇ ਐਗਜ਼ੀਕਿਊਟਿਵ ਪਾਵਰ ਹੋਵੇ। ਇੱਥੇ ਏਜੰਡਾਜ਼ ਹੁੰਦੇ ਆ ਸਟੂਡੈਂਟ ਦੇ, ਕਿਉਂਕਿ ਐਗਜ਼ੀਕਿਊਟਿਵ ਦੀ 90% 'ਚ ਕਹਿੰਦੇ ਆ ਵੀ ਸਾਡੇ ਕੋਲ ਪਾਵਰ ਆਈ, ਅਸੀਂ ਪੂਰਾ ਕਰਤਾ। ਉਹਦੇ ਵਿੱਚ ਇਹਨਾਂ ਲਿਖਿਆ ਸੀ ਐਕਸ ਆਫੀਸ਼ੋ ਮੈਂਬਰ ਬਣਵਾਵਾਂਗੇ ਅਸੀਂ, ਜਿਹੜਾ ਸਾਡਾ ਕਾਉਂਸਲ ਦੇ ਪ੍ਰਧਾਨ ਜਿੱਤਦੇ ਆ ਉਹਨਾਂ ਸੈਨੇਟ ਸਿੰਡੀਕੇਟ ਜਿਹੜੇ ਸਾਡੇ ਡਿਸੀਜਨ ਲੈਂਦੇ ਆ ਉਹਦੇ ਵਿੱਚ ਅਸੀਂ ਉਹ ਕਰਵਾਵਾਂਗੇ। ਉਹ ਨਹੀਂ ਕਰਵਾਇਆ ਗਿਆ, ਉਹ ਅਸੀਂ ਵੀ ਕਰਵਾਵਾਂਗੇ ਇਸ ਮਸਲੇ ਨੂੰ, ਕਿਉਂਕਿ ਜੇ ਏਡੀ ਵੱਡੀ ਡੈਮੋਕ੍ਰੇਸੀ ਦੇ ਵਿੱਚ ਏਡੇ ਵੱਡੇ ਇਲੈਕਸ਼ਨ ਕੰਟੈਸਟ ਹੁੰਦੇ ਨੇ, ਉਹਦਾ ਕੀ ਮਤਲਬ ਰਹਿ ਗਿਆ? ਸਿਰਫ ਤੁਸੀਂ ਐਜ਼ ਅ ਅਫੀਸ਼ੀਅਲ ਗਰੁੱਪ ਸਿਰਫ ਕਲਚਰਲ ਇਵੈਂਟ ਤੱਕ ਕਰਾਉਣ ਤੱਕ ਸੀਮਿਤ ਹੋ। ਕਲਚਰਲ ਇਵੈਂਟ ਵੀ ਕਰਾਏ ਨੇ, ਉਹਦੇ ਵਿੱਚ ਕੀ ਆ VVIP ਪਾਸ ਕਲਚਰ ਇੱਥੇ ਹਰ ਪਾਰਟੀ ਨੇ ਸ਼ੁਰੂ ਕੀਤਾ। ਬੰਦੇ ਇਹਨਾਂ ਦੇ ਬਾਹਰੋਂ ਸੱਦਦੇ ਆ ਆਪਣੇ ਬੰਦਿਆਂ ਨੂੰ ਖੁਸ਼ ਕਰਨ ਲਈ। ਇੱਥੇ ਬੱਚਿਆਂ ਨੂੰ ID ਕਾਰਡਸ ਤੇ ਐਂਟਰੀ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਫੰਡ ਦੇ ਵਿੱਚੋਂ ਪੈਸੇ ਯੂਜ਼ ਹੋ ਰਹੇ ਆ। ਉੱਥੇ ਪਲੇਸਮੈਂਟਸ ਲਈ ਵੀ ਕੰਮ ਹੋਣੇ ਚਾਹੀਦੇ ਆ, ਪਲੇਸਮੈਂਟ ਦੇ ਫੈਸਟ ਹੋਣੇ ਚਾਹੀਦੇ ਵੱਡੇ ਪੱਧਰ ਤੇ, ਭਾਵੇਂ ਉਹ ਕਿਸੇ ਸਾਇੰਸਿਸ ਦੇ ਹੋਣ, ਭਾਵੇਂ UI ਆਪਾਂ ਕੈਮੀਕਲ ਦੇ ਹੋਣ, ਜਾਂ ਕਿਸੇ ਵੀ ਅਲੱਗ-ਅਲੱਗ ਫੀਲਡਸ ਨੇ, ਉਹਦੇ ਤੇ ਕੰਮ ਹੋਣਾ ਚਾਹੀਦਾ। ਇਸ ਤੋਂ ਇਲਾਵਾ ਇਨਫਰਾਸਟ੍ਰਕਚਰ ਦੇ ਬੜੇ ਕੰਮ ਹੋਣ ਵਾਲੇ ਨੇ। ਇਸ ਤੋਂ ਇਲਾਵਾ ਬਹੁਤ ਅੱਗੇ ਏਜੰਡਾ। ਇਹ ਤਾਂ ਕਹਿੰਦੇ ਕਿ ਬਿਊਟੀਫਿਕੇਸ਼ਨ ਅਸੀਂ ਕਰਤੀ, ਤੁਸੀਂ ਕਹਿੰਦੇ, ਪਰ ਇਧਰੋਂ ਇਲਜ਼ਾਮ ਸਿੱਧੇ ਤੌਰ ਤੇ ਕਹਿੰਦੇ ਕਿ ਐਲਾਨ ਹੀ ਹੋਏ ਨੇ, ਐਲਾਨਾਂ ਤੋਂ ਇਲਾਵਾ ਕੁਝ ਨਹੀਂ ਹੋਇਆ ਤੁਹਾਡੇ। ਤੁਸੀਂ ਵੀ ਆਂਦੇ ਇਹਨੂੰ ਬੜੇ ਟਾਈਮ ਤੋਂ ਵੇਖ ਸਕਦੇ ਹੋ। ਡਾਇਰੈਕਟ ਇੱਕ ਸਟੂਡੈਂਟ ਜਦੋਂ ਕੌਂਸਲ 'ਚ ਆਉਂਦੇ ਆ, ਡਾਇਰੈਕਟ ਪਾਵਰ ਨਹੀਂ ਹੁੰਦੀ, ਪਰ ਆਪਾਂ ਨਾਲ ਮਿਲ ਕੇ ਸਟੂਡੈਂਟਾਂ ਨਾਲ ਕੇ ਆਪਣੇ ਅਧਿਕਾਰ ਲੈ ਸਕਦੇ ਹਾਂ। ਕੁਝ ਕੁ ਮੁੱਦੇ ਰਹਿ ਗਏ ਨੇ, ਐਸ ਕੀ ਕਰਾਂਗੇ। ਸਭ ਤੋਂ ਵੱਡਾ ਵਾਅਦਾ ਸੀਗਾ ਸਾਡਾ। ਤੁਸੀਂ ਡਰ ਦਾ ਮਾਹੌਲ ਬਣਾਇਆ ਹੋਇਆ, ਬਾਈ ਹੁਣੀ ਕਹਿ ਰਹੇ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਯੂਨੀਵਰਸਿਟੀ ਦੇ ਵਿੱਚ। ਇਹਨਾਂ ਦੀ ਆਪਣੀ ਸੋਚ ਨਹੀਂ ਹੈ। ਪਿੱਛੇ ਜਾ ਸਕਦੇ ਹੋ ਤੁਸੀਂ ਬੈਕਗ੍ਰਾਉਂਡ 2016-17 ਚ ਕਿਹਨੇ ਡਰ ਦਾ ਮਾਹੌਲ ਬਣਾਇਆ ਸੀ, ਕਿਹਨੇ ਸਟੂਡੈਂਟਾਂ ਦੇ ਸਿਰ ਪੜਵਾਏ ਸੀ, ਸਭ ਨੂੰ ਪਤਾ ਹੈ ਕਿਹਨੇ ਕੌਣ ਕਰਵਾਇਆ। ਇਹ ਇਹਨਾਂ ਦੀ ਵਿਚਾਰਧਾਰਾ ਦੱਸਦੀ ਆ ਕਿ ਯੂਨੀਵਰਸਿਟੀ ਜਦੋਂ ਫੀਸਾਂ ਲਈ ਲੜਦੇ ਨੇ, ਪੁਲਿਸ ਉਹਨਾਂ ਤੇ ਲਾਠੀ ਚਾਰਜ ਕਰਦੀ ਆ, ਤਾਂ ਉਹਨਾਂ ਸਿਰਾਂ ਦੀ ਗੱਲ ਕਰਦੇ ਨੇ। ਜਿਹੜੇ ਪੁਲਿਸ ਨੇ, ਇਹਨਾਂ ਦੀਆਂ ਸਰਕਾਰਾਂ ਸੈਂਟਰ ਸਟੇਟ ਦੇ ਵਿੱਚ ਰਹੀਆਂ ਨੇ, ਤੇ ਉਹੀ ਆ ਕੇ ਸਟੂਡੈਂਟਾਂ ਦੇ ਸਿਰ ਪਾੜਦੇ ਨੇ, ਤਾਂ ਇਹ ਉਹਨਾਂ ਦਾ ਹਵਾਲਾ ਦੇ ਰਹੇ ਨੇ ਅਸਲ 'ਚ ਕਿ ਸਟੂਡੈਂਟਾਂ ਦੇ ਸਿਰ ਪੜਵਾਏ ਨੇ, ਤੇ ਸਿਰ ਇਹਨਾਂ ਨੇ ਪਾੜੇ ਨੇ। ਇਹਨਾਂ ਨੇ ਪੁਲਿਸ ਦੀ ਸ਼ਹਿ ਤੇ ਸਾਡੇ ਇੱਥੇ ਗੁੰਡਾਗਰਦੀ ਕਰਵਾਈ ਆ। ਜੀ ਭਗਵੰਤ ਮਾਨ ਕਹਿੰਦਾ ਰਿਹਾ ਵੀ ਅਸੀਂ ਸਰਕਾਰਾਂ ਦੇ, ਸਾਡੀ ਸਰਕਾਰ ਆਵੇ, ਕਿਸੇ ਟੀਚਰ ਤੇ ਨਹੀਂ, ਕਿਸੇ ਸਟੂਡੈਂਟ ਤੇ ਜਾਂ ਕੋਈ ਲਾਠੀ ਚਾਰਜ ਨਾ ਹੋਵੇ। ਨਾ ਸ਼ਰੇਆਮ ਕੁੱਟਿਆ। ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਕੰਮ ਚੱਲਦੇ ਰਿਹਾ, ਭਾਵੇਂ ਕਿਸੇ ਦੀ ਸਰਕਾਰ ਰਹੀ ਹੋਵੇ, ਭਾਵੇਂ ਸੋਈ ਦੀ ਰਹੀ ਹੋਵੇ, ਭਾਵੇਂ ਅਕਾਲੀ ਦਲ ਦੀ ਰਹੀ ਹੋਵੇ, ਭਾਵੇਂ ਕਾਂਗਰਸ ਦੀ ਰਹੀ ਹੋਵੇ। ਆ ਪਿਛਲੇ ਵਾਰ ਕਾਂਗਰਸ ਵੀ 2 ਸੀਟਾਂ ਤੇ ਜਿੱਤੀ ਆ। ਇਹਦੇ ਵਿੱਚ ਹੁਣ ਭਾਈ ਸਾਹਿਬ ਇੱਕ ਗੱਲ ਕਹਿ ਕੇ ਹਟੇ ਆ ਵੀ ਅਸੀਂ ਕਰਨਾ, ਸ਼ਾਇਦ ਕਰਨਾ ਚਾਹੀਦਾ ਸੀ। ਜਦੋਂ ਟਾਈਮ ਸੀ ਉਦੋਂ ਕੀ ਕੀਤਾ? ਇਹਦੇ ਵਿਖਾਣ ਤੇ ਸਹੀ ਬੰਦਾ ਕੀਤੇ ਕੀ? ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਜੀ, ਜਦੋਂ ਤੁਹਾਨੂੰ ਪਤਾ ਉਹ ਪੰਜਾਬ 'ਚ ਧਰਨੇ ਲੱਗਦੇ ਸੀ, ਮੇਰੇ ਵੀਰ ਨੇ ਗੱਲ ਕੀਤੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸੋਈ ਦੇ ਮੋਢੀ ਨੇ, ਇੱਕ ਐਗਜ਼ਾਮਪਲ ਸੀਗੇ ਕਿ ਜਦੋਂ ਧਰਨਾ ਲੱਗਦਾ ਸੀ ਪ੍ਰਕਾਸ਼ ਸਿੰਘ ਬਾਦਲ ਉਦੋਂ ਲੰਗਰ ਲਾ ਦਿੰਦੇ ਸੀ ਉੱਥੇ, ਕਿ ਮੇਰੇ ਆਪਦੇ ਪਰਿਵਾਰ ਬੈਠਾ, ਉਹਨਾਂ ਦੇ ਵਿੱਚ ਜਾ ਕੇ ਬਹਿੰਦੇ ਸੀ। ਮੈਂ ਇੱਕ ਗੱਲ ਭਰਾ ਨੂੰ ਟੋਕ ਦਿਆਂ, ਲੰਗਰ SGPC ਲਾਂਦੀ ਰਹੀ ਹੈ ਜਾਂ ਪੰਥ ਲਾਂਦਾ ਰਿਹਾ ਹੈ, ਬਾਦਲ ਸਾਹਿਬ ਆਪਣੀ ਜੇਬ ਚੋਂ ਨਹੀਂ ਲਾਂਦੇ ਰਹੇ। ਦੂਜੀ ਗੱਲ, ਕੋਈ ਇਹ ਸ਼ੋਭਾ ਦੀ ਗੱਲ ਨਹੀਂ ਵੀ ਬੰਦੇ ਬੈਠੇ ਨੇ ਉੱਥੇ ਰੋਟੀਆਂ ਖਵਾਉਂਦੇ, ਫਿਰ ਉਹਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ। ਲੰਗਰ ਮੇਰੀ ਗੱਲ ਸੁਣ, ਮੇਰੀ ਗੱਲ ਸੁਣੋ, ਮੇਰੀ ਲੰਗਰ ਗੱਲ ਸੁਣੋ। ਤਕਲੀਫ ਮੈਨੂੰ ਵੀ ਹੋ ਸਕਦੀ ਹੈ, ਤਕਲੀਫ ਤੁਹਾਨੂੰ ਵੀ ਹੋ ਸਕਦੀ ਹੈ, ਪਰ ਉਹਦੇ ਤੇ ਇੱਕ ਵਿਚਾਰ ਹੋਊਗੀ, ਬੈਠ ਕੇ ਵਿਚਾਰ ਹੋਊਗੀ, ਉਹਦਾ ਮਸਲੇ ਦਾ ਹੱਲ ਨਿਕਲਦਾ। ਆਏ ਨਹੀਂ ਤੁਸੀਂ ਅੱਗੇ ਕੁਝ ਕਹਿਤਾ। ਇਹ ਪੰਜਾਬ ਦੇ ਮੁੱਦੇ ਆ। ਮੈਨੂੰ ਲੱਗਦਾ ਇਸ ਵੇਲੇ ਜਿਹੜਾ ਸਟੂਡੈਂਟ ਇਲੈਕਸ਼ਨ ਆ ਤੇ ਸਟੂਡੈਂਟ ਸੈਂਟਰਿਕ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿੱਦਾਂ ਵੀਰ ਨੇ ਕਿਹਾ ਕਿ ਕੀ ਕੀਤਾ, ਮੈਂ ਵੀਰ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਦੇ ਇਸ਼ੂ ਹੁੰਦੇ ਆ ਬਹੁਤ ਛੋਟੇ ਹੁੰਦੇ ਆ। ਛੋਟੇ ਇਸ਼ੂਜ਼ ਜਿਹੜੇ ਨੇ, ਛੋਟਿਆਂ ਤੋਂ ਹੀ ਵੀਰ ਜੀ ਵੱਡੇ ਇਸ਼ੂ ਬਣਦੇ ਆ। ਪਹਿਲਾਂ ਜੇ ਛੋਟੇ ਇਸ਼ੂ ਨੂੰ ਹੀ ਆਪਾਂ ਰਿਜ਼ੋਲਵ ਕਰ ਲਿਆ ਜਾਵੇ, ਔਰ ਇਸੇ ਕਰਕੇ ਅਸੀਂ ਇੱਥੇ ਐਸਟੈਬਲਿਸ਼ ਆ ਵੀਰ ਜੀ, ਇਸੇ ਕਰਕੇ ਸਾਡੀ ਸਿੰਗਲ ਲਾਰਜੈਸਟ ਪਾਰਟੀ, ਕਿਉਂਕਿ ਸਟੂਡੈਂਟਸ ਤੇ ਕੰਮ ਕੀਤੇ ਆ। ਔਰ ਦੇਖੋ ਜਿੱਥੇ ਪਰਿਵਾਰ ਵੱਡਾ ਹੋਊਗਾ ਉੱਥੇ ਆਟੋਮੈਟਿਕਲੀ ਇਹ ਚੀਜ਼ਾਂ ਹੋਣਗੀਆਂ। ਕਹਿੰਦੇ ਨਾ ਕਿ ਜਦੋਂ ਪਰਿਵਾਰ ਵੱਡਾ ਹੁੰਦਾ ਭਾਂਡੇ ਖੜਕਦੇ ਹੀ ਹੁੰਦੇ ਆ। ਬੰਦਿਆਂ ਨਾਲ ਕੋਈ ਕੰਪੈਰੀਜ਼ਨ ਨਹੀਂ, ਬੰਦੇ ਦਾਨਿਸ਼ਮੰਦ ਹੁੰਦੇ ਨੇ, ਦਿਮਾਗ ਹੁੰਦਾ ਹੈ। ਜੇ ਦਿੱਲੀ ਤੋਂ ਤੈਅ ਹੋਣਗੇ ਨਾ ਵੀ ਕੌਣ ਸਾਡੇ ਲੀਡਰ ਨੇ, ਫਿਰ 10 ਦੇ 20 ਵੀ ਧੜੇ ਬਣਨਗੇ। ਜਦੋਂ ਇੱਥੇ ਗਰਾਊਂਡ ਤੇ ਜਿਹੜੇ ਬੰਦੇ ਕੰਮ ਕਰਦੇ ਨੇ ਨਾ, ਉਹ ਆਪਣਾ
ਡਿਸੀਜਨ ਆਪ ਲੈਣਗੇ ਨਾ ਤੇ ਉਹ ਆਪਣੇ ਆਪ ਉਹਦੇ ਧੜੇ ਵੀ ਖਤਮ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਆਈ ਕਿ ਅਸੀਂ ਸਾਰੇ ਵਰਗ ਦੀ ਗੱਲ ਕਰੀਏ, ਅਧਿਆਪਕਾਂ ਨੇ ਧਰਨਾ ਦਿੱਤਾ, ਉੱਥੇ ਕਿਹੜੀ ਪਾਰਟੀ ਪਹੁੰਚੀ ਸੀ? ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿਉਂਕਿ ਯੂਨੀਵਰਸਿਟੀ ਦਾ ਮਸਲਾ, ਉਸ ਤੋਂ ਬਾਅਦ ਕਹਿੰਦੇ ਜਿਹੜੇ 4th ਕਲਾਸ ਦੇ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਉਹਨਾਂ ਨੂੰ ਅਸੀਂ ਸਮਝਦੇ ਨਹੀਂ ਕੁਝ, ਉਹਨਾਂ ਦੇ ਧਰਨੇ ਤੇ ਕੌਣ ਪਹੁੰਚਿਆ ਸੀ? ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ। ਮਤਲਬ ਮੈਂ ਉੱਥੇ ਇੰਟਰਸਟਿੰਗ ਗੱਲ ਹੋਈ ਕਿ ਉਹ ਧਰਨਾ ਐਸਐਫਐਸ ਨੇ ਲੀਡ ਕੀਤਾ 58 ਦਿਨ। ਉੱਥੇ ਐਨਐਸਯੂ ਦੇ ਲੀਡਰ ਆਉਂਦੇ ਨੇ, ਪਹਿਲੀ ਗੱਲ ਇਹ ਗੱਲ ਕਰਦੇ ਨੇ ਕਿ ਤੁਹਾਡਾ ਇੱਥੇ ਵੋਟ ਬੈਂਕ ਹੈਗਾ ਚੰਡੀਗੜ੍ਹ ਦੇ ਵਿੱਚ? ਉਹ ਕਹਿੰਦੇ ਅਸੀਂ ਤਾਂ ਪੰਜਾਬ ਦੇ ਪਿੰਡਾਂ 'ਚ ਆਉਂਦੇ ਆ। ਅਗਲੇ ਦਿਨ ਆਏ ਨਹੀਂ। ਮਤਲਬ ਵੋਟ ਬੈਂਕ ਸਿਰਫ ਉਹਨਾਂ ਦੇ ਵੋਟਾਂ ਤੱਕ ਸੀਮਤ ਨੇ ਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਪਾਰਟੀ ਮਤਲਬ ਉਹਨਾਂ ਦੇ ਧਰਨੇ ਦੇ ਵਿੱਚ ਅਗਰ ਦਿਨ ਰਾਤ ਬੈਠੀ ਹੋਵੇ ਤਾਂ ਕਲੇਮ ਕਰਕੇ ਦੱਸ। ਤੁਸੀਂ ਗਏ ਸੀਗੇ? ਕਿਉਂਕਿ ਯੂਨੀਵਰਸਿਟੀ ਜਦੋਂ ਅਸੀਂ ਗੱਲ ਕਰਦੇ ਕੱਲਾ ਬਸ਼ਿੰਦਾ ਇਹਦਾ ਹਿੱਸਾ ਹੈਗਾ, ਜਦੋਂ ਕੋਈ ਧਰਨਾ ਦਿੰਦਾ ਕਿਸੇ ਨੂੰ ਮੁਸ਼ਕਲ ਆਉਂਦੀ ਹੈ, ਜਿਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈਗਾ, ਕੀ ਤੁਸੀਂ ਸੁਣੀ ਸੀ ਉਹਨਾਂ ਦੀ ਆਵਾਜ਼? ਹਾਂਜੀ ਗਏ ਸੀਗੇ ਜੀ, ਅਸੀਂ ਰਜਿਸਟਰਾਂ ਨਾਲ ਵੀ ਗੱਲ ਕਰਾਈ ਉਹਨਾਂ ਨੇ, ਸਾਰਾ ਕੁਝ ਕੀਤਾ। ਤੁਸੀਂ ਆਪ ਕਵਰ ਕੀਤਾ, ਪੁੱਛੋ ਕਦੋਂ ਗਏ ਹੋ ਤੁਸੀਂ? ਆਪ ਗਏ ਸਟਾਰਟਿੰਗ 'ਚ ਗਏ ਆ। ਜਿਹੜੀ ਵੀਰ ਨੇ ਗੱਲ ਕੀਤੀ ਆ, ਪਹਿਲੀ ਤੇ ਗੱਲ ਆ, ਮੈਂ ਖੁਦ ਐਨਐਸਏ ਦਾ ਨੁਮਾਇੰਦਾ ਹੋ ਕੇ ਉਸ ਦੀ ਨਿਖੇਧੀ ਕਰਦਾ ਕਿ ਜੇ ਕਿਸੇ ਨੇ ਇਹ ਗੱਲ ਬੋਲੀ ਆ, ਜਦੋਂ ਕਿਸੇ ਦਾ ਕੋਈ ਜੈਨੂਇਨ ਇਸ਼ੂ ਦੇ ਨਾਲ ਖੜਨਾ ਚਾਹੀਦਾ ਜੀ ਜਾ ਕੇ, ਚਾਹੇ ਉਹ ਇੱਥੋਂ ਦਾ ਸਟੂਡੈਂਟ ਆ, ਚਾਹੇ EMPLOYE ਹੈ, ਚਾਹੇ ਸਿਕਿਉਰਿਟੀ ਗਾਰਡ ਆ, ਕਿਉਂਕਿ ਕਿਤੇ ਨਾ ਕਿਤੇ ਅਸੀਂ ਇੱਥੇ ਪਰਿਵਾਰ ਦੇ ਤੌਰ ਤੇ ਵਿਚਰਦੇ ਆ ਔਰ ਪਰਿਵਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਤਕਲੀਫ ਆਉਂਦੀ ਤਾਂ ਸਾਨੂੰ ਮੋਢੇ ਨਾਲ ਮੋਢੇ। ਐਸਓਆਈ ਗਏ ਸੀ ਉੱਥੇ? ਬਿਲਕੁਲ, ਵੇਖੋ ਅਸੀਂ ਜਦੋਂ ਵੀ ਪੰਜਾਬੀਅਤ ਦੀ ਗੱਲ ਹੋਈ ਹੈ ਹਰ ਥਾਂ ਪਹੁੰਚੇ ਹਾਂ। ਹੁਣ ਕਿਸਾਨੀ ਦੀ ਆਪਣੇ ਪਿੱਛੇ 2 ਕਿਸਾਨ ਕਤਲ ਹੋਏ ਆ, ਜਿਹੜਾ ਕੱਲ ਸਰਦੂਲਗੜ੍ਹ ਦੇ ਵਿੱਚ ਜੇ ਧਰਨਾ ਲੱਗਾ ਕਿਸਾਨੀ ਦੇ ਵਿੱਚ, ਜੇ ਕੋਈ ਪਾਰਟੀ ਉੱਥੇ ਪਹੁੰਚੀ ਤੇ ਕੱਲੀ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਸੀ। ਕੱਲ ਦੀ ਤੁਸੀਂ ਪ੍ਰੈਸ ਕਾਨਫਰੰਸ ਆਪਣਾ ਰੈਲੀ ਵੇਖ ਸਕਦੇ ਹੋ। ਕਿਸਾਨੀ ਦੇ ਵਿੱਚ ਜਦੋਂ ਭੀੜ ਪਈ ਹੈ ਮੁਆਵਜ਼ੇ ਦੀ ਮੰਗ ਵਾਸਤੇ, ਕਿਉਂਕਿ ਉਹ ਸਾਡੀ ਕਿਸਾਨੀ ਹੈ, ਸਾਰੇ ਪੰਜਾਬ ਦੀ ਸਾਂਝੀ ਹੈ, ਬਹੁਤ ਗਿਣਤੀ ਕਿਸਾਨੀ ਨਾਲ ਸੰਬੰਧਿਤ ਹੈ। ਜੇ ਕਿਸਾਨੀ ਵਾਸਤੇ ਇੱਥੇ ਜਿਹੜੀ ਲੜਾਈ ਪਰਸੋਂ ਜਿਹੜੀ CYSS ਨਾਲ ਜੇ ਹੋਈ ਹੈ, ਇੱਥੇ ਵੀ ਸਾਰੀਆਂ ਪਾਰਟੀਆਂ ਨੇ CYSS ਨਾਲ ਲੜਾਈ ਇਹ ਵਜ੍ਹਾ ਕੀ ਰਹੀ? ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਜਦੋਂ ਵਿਦਿਆਰਥੀ ਵਰਗ ਹੋਵੇ, ਸਮਝਦਾਰ, ਅਸੀਂ ਇੰਟੈਲੈਕਚੁਅਲ ਮੰਨਦੇ ਉਹਨਾਂ ਨੂੰ, ਤੇ ਇੱਥੇ ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਸੀ, ਨਾ ਕਿ ਇਦਾਂ ਦੀਆਂ ਲੜਾਈਆਂ ਹੋਣੀਆਂ ਚਾਹੀਦੀਆਂ ਸੀ। ਵਿਚਾਰ ਹੀ ਕਰਨ ਗਏ ਸੀ, ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਬੜੇ ਵੱਡੇ ਦਾਅਵੇ ਕਰਦੇ ਕਿ ਸਾਡੀ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕ ਵਿਧਾਇਕਾਂ ਨੂੰ ਸਵਾਲ ਕਰਨੇ। ਇਹ ਬੜੇ ਵੱਡੇ ਝੂਠ ਬੋਲ ਕੇ ਜਿੱਦਾਂ ਤੁਸੀਂ ਇਹਨਾਂ ਤੇ ਇਲਜ਼ਾਮ ਲਾ ਰਹੇ, ਐਸਓਈ ਤੇ ਵੀ ਇਲਜ਼ਾਮ ਲੱਗਦੇ ਰਹੇ, ਕਹਿੰਦੇ ਕਿ ਪਾਵਰ ਜਦੋਂ ਤੁਹਾਡੇ ਕੋਲ ਸੀ ਤੁਸੀਂ ਵੀ ਇਸੇ ਤਰੀਕੇ ਨਾਲ ਇਸਤੇਮਾਲ ਕਰਦੇ ਰਹੇ। ਮੈਂ ਤੁਹਾਨੂੰ ਦੱਸੀ ਜਾਂਦਾ, ਜਿਹੜੀ ਵੀਰ ਨੇ ਪਹਿਲਾਂ ਗੱਲ ਕੀਤੀ ਮੈਂ ਉਹੀ ਦੁਹਰਾ ਦਿੰਦਾ। ਜਦੋਂ ਕਾਂਗਰਸ ਦਾ ਇੱਕ ਡੈਲੀਗੇਸ਼ਨ ਇੱਥੇ ਬਾਦਲ ਸਾਹਿਬ ਨੂੰ ਮਿਲਣ ਆਇਆ ਸੀ ਤੇ ਬਾਦਲ ਸਾਹਿਬ ਆਪਦੇ ਘਰ ਦੇ ਵਿੱਚੋਂ ਬਾਹਰ ਆ ਕੇ ਉਹਨਾਂ ਨੂੰ ਰਿਸੀਵ ਕਰਕੇ ਲੈ ਕੇ ਗਏ ਸੀ ਵੀ ਦੱਸੋ ਜਿਹੜੀ ਵਿਚਾਰ ਕਰਨੇ ਨੇ ਆਪਾਂ, ਮੈਂ ਤੁਹਾਡੇ ਕੋਲ ਬਾਹਰ ਐਡ ਆਨ ਕਰਨਾ ਚਾਹੁੰਦਾ ਜੀ। ਮੇਰੀ ਗੱਲ ਸੁਣੋ, ਇੱਕ ਮੇਰਾ ਵੀਰ ਕੋਈ ਗੁੱਸਾ ਨਾ ਕਰੇ। ਜਿੰਨਾ ਚਿਰ ਬੰਦੇ ਦੇ ਹੱਥ 'ਚ ਕਲਮ ਨਹੀਂ ਨਾ ਆਉਂਦੀ ਤਾਂ ਬਹੁਤ ਵੱਡੇ ਦਾਅਵੇ ਕਰਦਾ। ਚੈਲੰਜਸ ਉਦੋਂ ਆਉਂਦੇ ਜਦੋਂ ਕਲਮ ਆਉਂਦੀ ਹੈ। ਭਗਵੰਤ ਮਾਨ ਜੀ ਕਹਿੰਦੇ ਸੀਗੇ ਪਿੰਡਾਂ 'ਚੋਂ ਸਰਕਾਰ ਚੱਲੂਗੀ, ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹਨੂੰ ਦਿੱਲੀ 'ਚੋਂ ਆ ਕੇ ਕਾਕੇ ਚਲਾ ਰਹੇ ਆ। ਰਾਘਵ ਚੱਡਾ ਜੀ ਦੱਸਦੇ ਵੀ ਤੁਸੀਂ ਭਗਵੰਤ ਮਾਨ ਜੀ ਇੱਥੇ ਸਾਈਨ ਕਰਨਾ, ਇੱਥੇ ਨਹੀਂ ਕਰਨਾ, ਜੇ ਨਾ ਕੀਤਾ ਤਾਂ ਤੁਹਾਨੂੰ CM ਨਹੀਂ ਰਹਿਣ ਦੇਣਾ। ਜਿੱਦਣ MLA ਢੋ ਸਾਹਿਬ ਆਏ ਸੀ, ਸਾਡੇ ਪੰਜਾਬ ਦੇ MLA ਆ, ਅਸੀਂ ਉਹਨਾਂ ਕੋਲ ਜਵਾਬ ਲੈਣ ਗਏ ਕਿਸਾਨ ਜੀ ਦੇ ਬਾਰੇ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉੱਥੇ ਤੁਸੀਂ ਇੱਥੇ ਆਣ ਕੇ ਜਿੰਦਾਬਾਦ ਦੇ ਨਾਰੇ ਲਾਉਂਦੇ। ਤੁਹਾਡੀ ਉਦੋਂ ਕੋਈ ਵੀਡੀਓ ਵੀ ਵਾਇਰਲ ਹੋਈਆਂ, ਲੜਾਈ ਵੀ ਹੋਈ, ਉਦੋਂ ਝਗੜਾ ਵੀ ਬੜਾ ਤਕੜਾ ਹੋਇਆ ਤੁਹਾਡਾ। ਬਿਲਕੁਲ ਜੀ, MLA ਦੇ ਨਾਲ ਗੁੰਡੇ ਆਏ ਸੀ ਜੀ, ਉਹਨਾਂ ਨੇ ਆਣ ਕੇ ਸਾਨੂੰ ਸ਼ਰੇਆਮ ਧੱਕੇ ਮਾਰੇ, ਸਾਡੇ ਤੇ ਚਪੇੜਾਂ ਮਾਰੀਆਂ। ਅਸੀਂ ਸਗੋਂ ਕੁਝ ਨਹੀਂ ਕੀਤਾ, ਨਾਲ ਗਨਮੈਨ ਆਏ, ਗਨਮੈਨਾਂ ਨੇ ਸਾਨੂੰ ਧੱਕੇ ਮਾਰ ਕੇ MLA ਸਾਹਿਬ ਚਲ ਗਏ। ਜਿਹੜੇ ਇਹਨਾਂ ਦੇ ਕਰਿੰਦੇ ਸੀ ਉਹਨਾਂ ਨੇ ਸਾਡੇ ਤੇ ਧੱਕੇ ਵੀ ਮਾਰੇ, ਉਹਨਾਂ ਚਪੇੜਾਂ ਵੀ ਮਾਰੀਆਂ, ਪਰ ਫਿਰ ਵੀ ਅਸੀਂ ਜਵਾਬ ਮੰਗਦੇ ਹਾਂ। ਅਸੀਂ ਤਾਂ ਮੰਗਣੇ ਇੱਕ ਜਵਾਬ ਮੰਗੇ ਹਾਂ ਕਿ ਹਾਂ ਜੀ ਜਿਹੜਾ ਕਿਸਾਨ ਸ਼ਹੀਦ ਹੋਇਆ ਵਾ ਤੁਸੀਂ ਇੱਥੇ ਆਣ ਕੇ ਜਿੰਦਾਬਾਦ ਦੇ ਨਾਰੇ ਲਾਉਂਦੇ। ਸਿਆਣੇ ਆਂਦੇ ਆ ਕਿ ਦੁਸ਼ਮਣ ਨਹੀਂ ਮਰਿਆ ਹੋਵੇ ਨਾ ਉਹਦੀ ਮੌਤ ਤੇ ਜਸ਼ਨ ਨਹੀਂ ਮਨਾਈਦਾ। ਬਾਈ ਇਹ ਬੜੀ ਅਹਿਮ ਚੀਜ਼ ਆ ਕਿ CYSS ਵਾਲੇ ਆਪਣੇ ਨੌਜਵਾਨ ਚਲੇ ਗਏ, ਉਹ ਚਲੇ ਗਏ। ਮੈਨੂੰ ਤਾਂ ਲੱਗਦਾ ਸੀ ਉਹਨਾਂ ਤੋਂ ਜਵਾਬ ਦੇਣਾ ਬਣਦਾ ਸੀ, ਹੁਣ ਤਾਂ ਉਹ ਚਲੇ ਗਏ ਨੇ ਇਸ ਹਿਸਾਬ ਨਾਲ। ਮਤਲਬ ਅਸਲ ਦੇ ਵਿੱਚ ਸਾਨੂੰ ਇਹ ਸਮਝਣਾ ਚਾਹੀਦਾ ਕਿ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਅੱਜ 2 ਮੁੱਖ ਫੋਰਸਸ ਨੇ ਜਿਨ੍ਹਾਂ ਦਾ ਬਹੁਤ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ। ਮਤਲਬ ਜਿਹੜੀਆਂ ਛੋਟ-ਮੋਟ ਪਾਰਟੀਆਂ ਨੇ ਜਿਨ੍ਹਾਂ ਦਾ ਵੈਸੇ ਹੀ ਦੇਸ਼ ਦੇ ਵਿੱਚ ਆਧਾਰ ਨਹੀਂ ਕੋਈ ਬਚਿਆ, ਸਟੇਟ 'ਚ ਕੋਈ ਆਧਾਰ ਨਹੀਂ ਬਚਿਆ, ਉਹਨਾਂ ਦੇ ਉੱਪਰ ਕੋਈ ਜ਼ਿਆਦਾ ਵਿਰੋਧ ਕਰਨ ਦਾ ਮਤਲਬ ਨਹੀਂ ਹੈਗਾ। ਮੈਨੂੰ ਤਾਂ ਬੜੀ ਹੈਰਾਨੀ ਹੈ ਇਸ ਗੱਲ ਦੀ ਕਿ ਜੇ ਅਸੀਂ ਇੱਕ ਹੈਲਦੀ ਡਿਬੇਟ ਕਰ ਰਹੇ ਹਾਂ, ਮਸਲਿਆਂ ਦੀ ਗੱਲ ਕਰਨੀ ਸੀ, ਤਾਂ ਉਹਦੇ ਵਿੱਚ ਵੀ CYSS ਵਾਲੇ ਚਲੇ ਗਏ। ਉਹ ਗੈਪ ਨੇ ਕਿਉਂਕਿ ਡਿਬੇਟ ਕਰਨ ਦੇ ਲਈ ਇੰਟੈਲੈਕਟ ਚਾਹੀਦਾ, ਕੁਝ ਦਿਮਾਗ ਚਾਹੀਦਾ, ਕੁਝ ਗਿਣਾਉਣ ਨੂੰ ਕੁਝ ਹੋਵੇ। ਮਤਲਬ ਅੱਜ ਸਾਡੇ ਯੂਨੀਵਰਸਿਟੀ ਨੂੰ ਖਤਰਾ BJP RSS ਤੋਂ ਆ, CYSS ਤੋਂ ਆ, ਕਿਉਂਕਿ CYSS BJP ਦੀ B ਟੀਮ ਆ ਕਿ ਉਹੀ ਏਜੰਡਾ, ਸੰਘ ਦਾ ਏਜੰਡਾ ਇੱਥੇ ਲਾਗੂ ਕਰੀ। ਇੱਥੇ ਫੀਸਾਂ ਲਗਾਤਾਰ ਵਧ ਰਹੀਆਂ। ਮਤਲਬ ਜੇ ਆਮ ਆਦਮੀ ਪਾਰਟੀ ਤੇ BJP ਸੀਰੀਅਸ ਨੇ ਸਟੂਡੈਂਟ ਵੈਲਫੇਅਰ ਦੇ ਲਈ ਤਾਂ ਉਹ ਯੂਨੀਵਰਸਿਟੀ ਨੂੰ ਫੰਡ ਦੇਣ। ਜਿਹੜਾ ਫੰਡ ਕਦੇ ਅਕਾਲੀ ਦਲ ਤੇ ਕਾਂਗਰਸ ਨੇ ਨਹੀਂ ਦਿੱਤਾ, ਉਹੀ ਰੀਤਾਂ ਦੇ ਉੱਪਰ ਅੱਜ ਦੂਜੀਆਂ ਪਾਰਟੀਆਂ। ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਨਿਊ ਐਜੂਕੇਸ਼ਨ ਪਾਲਿਸੀ, ਮੈਨੂੰ ਲੱਗਦਾ ਕਿ ਵਿਦਿਆਰਥੀਆਂ ਦੇ ਮਸਲੇ ਤੇ ਆਪਾਂ ਚਰਚਾ ਰੱਖੀਏ, ਕਿਉਂਕਿ ਬਾਕੀ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਣੀਆਂ। ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਾਫ਼ ਤੌਰ ਤੇ ਪੰਜਾਬੀ ਭਾਸ਼ਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਹਨੂੰ
ਕਹਿੰਦੇ ਕਿ ਤੁਸੀਂ ਰੱਖਣੀ ਰੱਖ ਲਓ, ਨਹੀਂ ਰੱਖਣੀ ਨਾ ਰੱਖੋ। ਲੱਗਦਾ ਕਿ ਸਭ ਤੋਂ ਵੱਡੀ ਗੱਲ ਇਹ ਹੈ, ਚਿੰਤਾ ਦੀ ਗੱਲ ਇਹ ਹੈ। ਸਭ ਤੋਂ ਵੱਡੀ ਜਦੋਂ ਅਸੀਂ ਗੱਲ ਹੀ ਪੰਜਾਬ ਦੀ ਕਰਦੇ ਹਾਂ ਤਾਂ ਸਾਡੇ ਜਿਹੜੇ ਮੁੱਦੇ ਜਿਹੜੇ ਸਾਡੇ ਪੰਜਾਬ ਸੈਂਟਰਿਕ ਹੋਣੇ ਚਾਹੀਦੇ ਆ। ਔਰ ਇਸੇ ਤਰੀਕੇ ਦੇ ਨਾਲ ਜਦੋਂ ਵਿੱਚ ਚੀਜ਼ ਲਿਖੀ ਜਾਂਦੀ ਕਿ ਇਹਨੂੰ ਐਜ਼ ਅ ਇਲੈਕਟਿਵ ਸਬਜੈਕਟ ਆ ਤੇ ਸਾਡਾ ਵਿਰੋਧ ਉੱਥੇ ਹੀ ਕਰਨਾ ਸਭ ਤੋਂ ਪਹਿਲਾਂ ਸਾਡਾ ਉੱਥੇ ਹੀ ਬਣ ਜਾਂਦਾ ਕਿ ਜਦੋਂ ਸਾਡੀ ਪੰਜਾਬੀ ਨੂੰ ਹੀ ਸਾਡੇ ਤੋਂ ਜਿਹੜਾ ਵੱਖ ਕੀਤਾ ਜਾਂਦਾ, ਜਦੋਂ ਸਾਡੇ ਨਾਲ ਪੰਜਾਬ ਹੀ ਨਹੀਂ ਰਹੇਗਾ ਸਾਡੀ ਪਹਿਚਾਣ ਕੀ ਰਹੇਗੀ। ਔਰ ਦੂਜੀ ਗੱਲ ਮੈਂ ਵੀਰ ਦੇ ਨਾਲ ਇੱਕ ਐਡ ਅਪ ਕਰਨਾ ਚਾਹੁੰਦਾ ਕਿ ਜਦੋਂ ਕਿਸੇ ਦਾ ਆਕਾ ਹੀ ਐਸਾ ਹੋਵੇ, ਜਦੋਂ ਭਗਵੰਤ ਮਾਨ ਜੀ ਦੀ ਗੱਲ ਕਰਦੇ, ਹੁਣ ਦੇਖੋ ਯੂਨੀਵਰਸਿਟੀ ਉਹਨਾਂ ਨੂੰ ਪਤਾ ਵੀ ਅਸੀਂ ਯੂਨੀਵਰਸਿਟੀ ਜਿੱਤਣੀ ਆ। ਅੱਜ ਉਹਨਾਂ ਨੇ ਟਵੀਟ ਕੀਤਾ ਜੀ ਯੂਨੀਵਰਸਿਟੀ ਦੇ ਫੇਵਰ ਦੇ ਵਿੱਚ ਵੀ ਆਪਾਂ ਕੋਈ ਪੈਸੇ ਜਿਹੜੇ ਆ ਹੋਸਟਲ ਦੇ ਜਿਹੜੇ ਆ ਸਾਈਨ ਕਰਦੇ ਆ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ 18000 ਸਟੂਡੈਂਟਸ ਦੀ ਰਿਪਰੈਜ਼ੈਂਟੇਸ਼ਨ ਮਿਲੀ ਸੀ, ਕੀ ਤੁਸੀਂ ਉਹਨਾਂ 18000 ਸਟੂਡੈਂਟਸ ਦੀ ਜਿਹੜੀ ਸੋਚ ਤੇ ਪਹਿਰਾ ਦਿੱਤਾ? ਸਿਰਫ ਤੁਸੀਂ ਕੱਲਾ ਕਹਿਤਾ ਵੀ ਅਸੀਂ ਹੋਸਟਲ ਦਾ ਐਲਾਨ ਕਰਦੇ ਹਾਂ। ਹੋਸਟਲ ਦਾ ਮਤਲਬ ਅੱਜ ਤੋਂ 4 ਸਾਲ 5 ਸਾਲ ਬਾਅਦ ਜਿਹੜਾ ਉਹ ਬਣੇਗਾ। ਜਿਹੜੇ ਹੁਣ ਸਟੂਡੈਂਟਸ ਨੇ ਤੁਹਾਨੂੰ ਵੋਟ ਕੀਤਾ ਉਹਨਾਂ ਲਈ ਕੀ ਕੀਤਾ? ਜਿਹੜੀ ਨਿਊ ਐਜੂਕੇਸ਼ਨ ਪਾਲਿਸੀ, ਮੈਂ ਉਹਦਾ ਹੀ ਜ਼ਿਕਰ ਕਰਾਂ ਤਾਂ ਲੱਗਦਾ ਕਿ ਸਭ ਤੋਂ ਖਤਰਨਾਕ ਚੀਜ਼ ਆ, ਉਹਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ। ਵੇਖੋ, ਜਦੋਂ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਗੱਲ ਹੋਈ ਸੀ, ਸੰਦੀਪ ਵੀਰ ਹਰੀ ਵੀ ਸਾਡੇ ਨਾਲ ਸੀ। ਸਭ ਤੋਂ ਪਹਿਲਾਂ ਅਸੀਂ ਵੀਸੀ ਦਫ਼ਤਰ ਦੇ ਬਾਹਰ ਜੁਆਇੰਟ ਪ੍ਰੋਟੈਸਟ ਕੀਤਾ ਸੀ। ਅਸੀਂ ਪਹਿਲੇ ਦਿਨ ਤੋਂ ਉਸ ਗੱਲ ਦੇ ਵਿਰੁੱਧ ਹਾਂ। ਵੇਖੋ, ਪੰਜਾਬ ਯੂਨੀਵਰਸਿਟੀ ਸਾਡੀ ਪੰਜਾਬ ਦੀ ਅਮਾਨਤ ਹੈ। ਜੇ ਇੱਥੋਂ ਪੰਜਾਬੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾਣਗੀਆਂ, ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮੈਂ ਸਰਕਾਰ ਦੀ ਨੀਤ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ। ਵੇਖੋ, ਨਿਊ ਐਜੂਕੇਸ਼ਨ ਪਾਲਿਸੀ ਨਾ ਤਾਂ ਜੀਐਨਡੀ ਯੂਨੀਵਰਸਿਟੀ 'ਚ ਲਾਗੂ ਹੋਈ ਹੈ, ਨਾ ਇੱਥੇ ਪਟਿਆਲਾ ਯੂਨੀਵਰਸਿਟੀ 'ਚ ਲਾਗੂ ਕਰਨ ਦੀ ਗੱਲ ਕੀਤੀ। ਹਰਿਆਣੇ ਦੇ ਵਿੱਚ ਬੀਜੇਪੀ ਦੀ ਆਪਦੀ ਸਰਕਾਰ ਹੈ। ਮੈਨੂੰ ਦੱਸੋ ਕਿਹੜੀ ਯੂਨੀਵਰਸਿਟੀ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਦੀ ਗੱਲ ਕੀਤੀ ਹੈ? ਕੀ ਗੱਲ ਹੈ, ਨਿਊ ਐਜੂਕੇਸ਼ਨ ਪਾਲਿਸੀ ਦਾ ਜਿਹੜਾ ਟ੍ਰਾਇਲ ਲੈਣਾ ਉਹਦੇ ਵਾਸਤੇ ਪੰਜਾਬ ਯੂਨੀਵਰਸਿਟੀ ਹੈ? ਉਹ ਕਿਉਂ ਹੈ? ਕਿਉਂਕਿ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਇਸੇ ਕਰਕੇ ਇਹਨਾਂ ਚਾਲਾਂ ਨੂੰ ਅਸੀਂ ਸਮਝਦੇ ਸੀ। ਦੂਜੀ ਵੇਖੋ, ਸਰਕਾਰ ਦੀ ਕਿੱਡੀ ਵੱਡੀ ਨਾਕਾਮੀ ਹੈ। ਸਰਕਾਰ ਸਿੱਖਿਆ ਨੂੰ ਲੈ ਕੇ ਤਾਂ ਬੜੇ ਵੱਡੇ ਦਾਅਵੇ ਕਰਦੀ ਰਹੀ ਆਮ ਆਦਮੀ ਪਾਰਟੀ। ਇਸ ਤੋਂ ਵੱਡੀ ਇਹਨਾਂ ਦੀ ਆਪਾਂ ਕੀ ਲਾਹਨਤ ਇਹਨਾਂ ਨੂੰ ਪਾ ਸਕਦੇ ਹਾਂ ਕਿ ਸੈਨੇਟ ਤੇ ਸਿੰਡੀਕੇਟ ਯੂਨੀਵਰਸਿਟੀ ਦੇ ਡਿਸੀਜਨ ਲੈਣ ਵਾਲੀ ਸਭ ਤੋਂ ਸੁਪਰੀਮ ਬਾਡੀ ਹੈ। ਤੇ ਸਵਾ ਸਾਲ ਇਹ ਸਰਕਾਰ ਦਾ ਟਾਈਮ ਨਹੀਂ ਲੱਗਾ ਵੀ ਜਿਹੜੇ ਨੋਮੀਨੇਟਡ ਮੈਂਬਰ ਅਸੀਂ ਭੇਜਣੇ ਨੇ ਉਹ ਇੱਥੇ ਸੈਨੇਟ ਦੇ ਭੇਜ ਸਕੀ। ਆ ਮਹੀਨਾ ਪਹਿਲਾਂ 2 ਮੈਂਬਰ ਭੇਜੇ ਆ। ਪਟਿਆਲਾ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਦੇ ਹਫ਼ਤਾ ਪਹਿਲਾਂ ਮੈਨੂੰ ਲੱਗਦਾ ਲਾਏ ਪਠਾਨ ਮਾਜਰਾ ਕੇ ਗੱਜਣ ਮਾਜਰਾ। ਵੇਖੋ ਵੀ ਜਿਹੜਾ ਜਿੱਥੋਂ ਸਾਡੀਆਂ ਪਾਲਿਸੀਆਂ ਬੰਨੀਆਂ ਨੇ, ਕਿਸੇ ਮੀਟਿੰਗ ਦੇ ਵਿੱਚ ਆ ਕੇ ਬਹਿਣਾ ਮੁਨਾਸਬ ਨਹੀਂ ਸਮਝਿਆ, ਸੈਨੇਟ ਮੈਂਬਰ ਦੇ ਨੇ ਮੁਨਾਸਬ ਨਹੀਂ ਸਮਝੇ, ਤੇ ਐਜੂਕੇਸ਼ਨ ਦੀ ਭਲਾਈ ਦੀ ਉਮੀਦ ਆਪਾਂ ਇਹ ਬੜੀ ਅਹਿਮ ਚੀਜ਼ ਆ। ਸੱਤ ਤੋਂ ਵੀ ਇਹਦਾ ਰਿਐਕਸ਼ਨ ਲੈ ਲਈ, ਕਿਉਂਕਿ ਮੈਨੂੰ ਲੱਗਦਾ ਕਿ ਐਜੂਕੇਸ਼ਨ ਦੇ ਅਧਾਰਾ ਹੈਗਾ ਸਾਡਾ, ਤੇ ਐਜੂਕੇਸ਼ਨ ਦੀ ਸਭ ਤੋਂ ਪਹਿਲਾਂ ਗੱਲ ਹੋਣੀ ਚਾਹੀਦੀ ਸੀ। ਲੱਗਦਾ ਕਿ ਉਸ ਤਰੀਕੇ ਨਾਲ ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਦੀ ਚਰਚਾ ਚੱਲ ਰਹੀ ਹੈ, ਇਹ ਸਭ ਤੋਂ ਵੱਡਾ ਖਤਰਾ ਹੋਊ। ਇਹ ਜਦੋਂ 1991 ਤੋਂ ਇਹ ਕੰਮ ਚੱਲ ਰਿਹਾ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨ ਲਈ, ਸਰਕਾਰ ਕਿਸੇ ਦੀ ਸਰਕਾਰ ਭਾਵੇਂ ਕਾਂਗਰਸ ਰਹੀ ਹੋਵੇ ਭਾਵੇਂ ਕੋਈ ਸਰਕਾਰ ਰਹੀ ਹੋਵੇ, ਉਹਨੇ ਐਜੂਕੇਸ਼ਨ ਤੋਂ ਪੈਰ ਪਿੱਛੇ ਪੱਟੇ ਆ। ਅੱਜ ਯੂਨੀਵਰਸਿਟੀ ਦੇ ਵਿੱਚ ਵੇਖੋ ਸੈਲਫ ਫਾਈਨੈਂਸਡ ਮਾਡਲਾਂ ਨੂੰ ਇੰਨਾ ਅੱਗੇ ਵਧਾਇਆ ਜਾ ਰਿਹਾ। ਜਿੱਥੇ ਇੱਕ ਪਾਸੇ ਲਾਅ ਆ, ਉਹਦੀ 20,000 ਦੇ ਵਿੱਚ ਡਿਗਰੀ ਹੁੰਦੀ ਸਾਲ ਦੀ, ਉਹੀ ਉਹਦੇ ਤਰਜਮਾ ਤੇ ULS ਦੇ ਵਿੱਚ ਡਿਗਰੀ 1.25 ਲੱਖ ਦੀ ਹੁੰਦੀ ਹੈ। ਐਵੇਂ ਆ ਚੀਜ਼ ਸਰਕਾਰ ਆਪਣੀ ਪਿੱਛੇ ਭੱਜ ਰਹੀ ਹੈ ਐਜੂਕੇਸ਼ਨ ਤੋਂ। NEP ਦੇ ਵਿੱਚ ਵੀ ਆਹੀ ਗੱਲ ਏ ਵੀ ਬੱਚਿਆਂ ਨੂੰ ਚਾਹੁੰਦੇ ਨੇ ਵੀ ਲੋਕੀ ਇਹਦੇ ਵਿੱਚ ਮਾਸਟਰਸ ਕਿਸੇ ਚੀਜ਼ ਚ ਨਾ ਆਉਣ, ਥੋੜਾ ਜਿਹਾ ਪੜਾਓ। ਹੁਣ ਯੂਨੀਵਰਸਿਟੀ ਦੇ ਵਿੱਚ ਲਾਗੂ ਹੋਈ ਜਾਂਦਾ ਸੀ, ਉਹਦਾ ਵਿਰੋਧ ਕਰਦੇ ਸਾਂ, ਪਰ ਹਾਲੀ ਜੇ ਲਾਗੂ ਹੋ ਵੀ ਗਈ, ਉਸ ਤੋਂ ਬਾਅਦ ਵੀ ਜਿਹੜਾ ਅੱਜ ਤੱਕ ਟਾਈਮ ਟੇਬਲ ਨਹੀਂ ਆਇਆ। ਪੇਪਰ ਅੱਗੇ ਆ ਗਿਆ, ਦਸੰਬਰ ਦੇ ਵਿੱਚ ਪੇਪਰ ਆ। ਅਸੀਂ ਕੱਲ DUI ਨੂੰ ਕੱਲ ਪਰਸੋਂ ਮਿਲੇ ਸਾਂ, ਉਹਨਾਂ ਨੂੰ ਮੈਡਮ ਨੂੰ ਕਿਹਾ ਵੀ ਇਹਦੇ ਜੇ ਲਾਗੂ ਤੁਸੀਂ ਕਰ ਹੀ ਦਿੱਤੀ ਹੈ, ਘੱਟੋ ਘੱਟ ਜਿਹੜੇ ਬੱਚਿਆਂ ਨੇ ਐਨਰੋਲ ਕਰਾਇਆ ਸਾਇੰਸਿਸ ਦਾ, ਉਹਨਾਂ ਬੱਚਿਆਂ ਦਾ ਜੀਵਨ ਤੇ ਨਾ ਖਰਾਬ ਕਰੋ। ਉਹਨਾਂ ਨੂੰ ਪ੍ਰੋਪਰ ਮਾਈਨਰ ਸਬਜੈਕਟ ਨੇ ਜਿਹੜਾ ਵੀ ਹੈ, ਘੱਟੋ ਘੱਟ ਉਹਨੂੰ ਪ੍ਰੋਪਰ ਫੋਲੋ ਅਪ ਤੇ ਕਰੋ। ਜੇ ਤੁਸੀਂ ਆਹ ਤੇ ਹੈ ਨਹੀਂ ਵੀ ਜੇ ਚਲਾਈ ਦਿੱਤੀ ਹੈ ਉਸ ਤੋਂ ਬਾਅਦ ਬੱਚੇ ਮਾਰਨੇ ਤੇ ਨਹੀਂ ਹੈ ਵੀ। ਇਹ ਤੇ ਸਰਕਾਰਾਂ ਚਾਹੁੰਦੀਆਂ ਨੇ ਵੀ ਐਜੂਕੇਸ਼ਨ ਬੰਦੇ ਉਧਰ ਜਾਣ ਹੀ ਨਾ, ਥੋੜਾ ਜਿਹਾ ਪੜਨ, ਨਾ ਕੋਈ ਸਵਾਲ ਪੁੱਛੇ। ਉਹੀ ਹੈ ਕਿ ਅਨਪੜ੍ਹ ਰੱਖੇ ਪ੍ਰਜਾ ਬਣਾਉਣ ਵਾਲਾ ਕੰਮ ਹੋ ਗਿਆ ਬਾਈ। ਮੰਨਦੇ ਹੋ ਕਿ ਸਾਰੇ ਪਾਸੇ ਇਹੀ ਹਾਲ ਆ ਕਿ ਸੈਂਟਰਲਾਈਜ਼ ਕੀਤਾ ਜਾ ਰਿਹਾ। ਹੁਣ ਯੂਨੀਵਰਸਿਟੀ ਨੂੰ ਵੀ ਕੋਸ਼ਿਸ਼ ਕੀਤੀ ਪਿੱਛੇ ਦੇ, ਪਰ ਵਿਦਿਆਰਥੀ ਖੜੇ ਹੋ ਗਏ ਤਾਂ ਬਚਾਅ ਹੋ ਗਿਆ। ਇਹ ਜੀ ਆਪਾਂ ਨੂੰ ਜਿਹੜੇ ਆਪਦੇ ਹੱਕਾਂ ਵਾਸਤੇ ਆਪ ਹੀ ਖੜਨਾ ਪੈਂਦਾ। ਗਾਂਧੀ ਜੀ ਨੇ ਵੀ ਕਿਹਾ ਸੀ, ਇਫ ਯੂ ਵਾਂਟ ਆਸਕ ਯੂ ਵੋਂਟ ਗੈਟ। ਵੀ ਜੋ ਤੁਸੀਂ ਮੰਗੋਗੇ ਨਾ ਚੀਜ਼, ਤੁਹਾਡੀ ਆਵਾਜ਼ ਹੀ ਖਤਮ ਹੋ ਜੂ ਤਾਂ ਤੁਹਾਨੂੰ ਚੀਜ਼ ਮਿਲੂ ਕਿਵੇਂ? ਇਹ ਆਪਦੇ ਹੱਕ ਹੈ, ਆਪ ਨੂੰ ਹੀ ਮੰਗਣੇ ਪੈਂਦੇ। ਸਰਕਾਰਾਂ ਤਾਂ ਹਮੇਸ਼ਾ ਲੋਕਾਂ ਦੇ ਹੱਕਾਂ ਨੂੰ ਖਤਮ ਕਰਨ ਦੇ ਕੰਮ ਕਰਦੀਆਂ ਆਈਆਂ ਤੇ ਗਾਂ ਵੀ ਕਰਦੀਆਂ ਰਹਿਣੀਆਂ। ਸਟੂਡੈਂਟਸ ਹੈ, ਇਹ ਲੋਕ ਹੈ, ਇਹਨਾਂ ਨੂੰ ਅਵੇਅਰ ਹੋਣਾ। ਉਹ ਪਹਿਲਾਂ ਕਹਿ ਦਿੰਦੇ ਸੀ ਪਿੰਡ 'ਚ ਸਕੂਲ ਨਾ ਬਣਾਓ ਵੱਡਾ, ਵੀ ਲੋਕ ਪੜ੍ਹ ਲਿਖ ਕੇ ਦਿਹਾੜੀ ਕੌਣ ਆਊਗਾ? ਜੇ ਪੜ੍ਹ ਲਿਖ ਕੇ ਸ਼ਹਿਰਾਂ ਵੱਲ ਹੋ ਜਾਣਗੇ। ਪਰ ਇਹ ਆਪਾਂ ਹੀ ਲੋਕ ਹੈ ਜਿਨ੍ਹਾਂ ਨੇ ਆਪਦੀ ਆਵਾਜ਼ ਉਠਾਈ ਹੈ, ਜਿਨ੍ਹਾਂ ਨੇ ਸਕੂਲ ਬਣਾਏ, ਸਭ ਕੁਝ ਕੀਤਾ। ਇਹ ਉਹ ਸੇਮ ਤਰੀਕੇ ਨਾਲ ਆਪਦੀ ਆਵਾਜ਼ ਬੰਦੇ ਨੂੰ ਆਪ ਹੀ ਉਠਾਉਣੀ। ਇੱਕ ਮੇਰਾ ਸਾਰਿਆਂ ਤੋਂ ਸਵਾਲ ਆ, ਮੈਂ ਦੇਖ ਰਿਹਾ ਸੀ ਪੋਸਟਰ ਜਦੋਂ ਅਸੀਂ ਲਾਉਨੇ ਆ ਤਾਂ ਬਹੁਤ ਸਾਰੇ ਪੋਸਟਰਾਂ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਹੁੰਦੀ ਹੈ। ਅਸੀਂ ਜਦੋਂ SFS ਦੇ ਪ੍ਰੋਗਰਾਮ ਦੇਖ ਲਈਏ, NSGA ਵਾਲਿਆਂ ਦਾ ਵੀ ਬਹੁਤ ਵਾਰੀ ਅਸੀਂ ਦੇਖਦੇ ਜਦੋਂ ਕੋਈ ਕੈਂਪ ਲਗਾਉਂਦੇ ਆ, SOI ਵੀ ਇੱਦਾਂ ਕਰਦੀ ਹੈ, ਸਾਥ ਵਾਲਿਆਂ ਦਾ ਵੀ ਇਹੀ ਹੈਗਾ। ਭਗਤ ਸਿੰਘ ਦੀ ਸੋਚ ਤਾਂ ਇੱਕੋ ਹੀ ਸੀਗੀ। ਅਸੀਂ ਫਿਰ ਡਿਫਰੈਂਟ ਹੋ ਕੇ ਵਿਚਰਦੇ ਆ ਤਾਂ ਲੱਗਦਾ ਨਹੀਂ ਕਿ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰ ਲੈਣੀ ਚਾਹੀਦੀ ਹੈ?
ਮਤਲਬ ਭਗਤ ਸਿੰਘ ਦੀ ਸੋਚ ਸੀ ਕਿ ਇੱਕ ਅਜਿਹਾ ਸਮਾਜ ਬਣਾਉਣਾ ਜਿੱਥੇ ਲੁੱਟ ਨਾ ਹੋਵੇ, ਜਿੱਥੇ ਡਿਸਕ੍ਰਿਮੀਨੇਸ਼ਨ ਨਾ ਹੋਵੇ। ਮਤਲਬ ਭਗਤ ਸਿੰਘ ਦੀ ਸੋਚ ਨੂੰ ਇਲੈਕਸ਼ਨਾਂ ਦੇ ਰਾਹੀਂ ਨਹੀਂ ਇੰਪਲੀਮੈਂਟ ਕੀਤਾ ਜਾ ਸਕਦਾ। ਉਹੀ ਪਾਰਟੀਆਂ, ਉਹੀ ਤੰਤਰ ਸਿਸਟਮ ਦੇ ਵਿੱਚ ਆ ਜਿਹੜਾ ਲਗਾਤਾਰ 47 ਤੋਂ ਕੰਮ ਕਰ ਰਿਹਾ ਸੀ, ਉਹ ਹੁਣ ਵੀ ਉਹੀ ਕਰ ਰਿਹਾ। ਤਾਂ ਇਸ ਲਈ ਲੋੜ ਆ ਸੱਚਮੁੱਚ ਉਹਦੇ ਵਿਚਾਰਾਂ ਤੇ ਚੱਲਦੇ ਹੋਏ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਇਕੱਠੇ ਕਰਕੇ ਇਸ ਸਿਸਟਮ ਨੂੰ ਬਦਲਣ ਦੀ। ਵੈਸੇ ਇਕੱਠੇ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਇਕੱਠੇ ਹੋ ਕੇ ਵਿਦਿਆਰਥੀਆਂ ਦੇ ਅਲੱਗ-ਅਲੱਗ ਧੜੇ ਪਿੱਛੇ ਜੇ ਲੜਾਈ ਦੀਆਂ ਵੀ ਖਬਰਾਂ ਆਉਂਦੀਆਂ? ਜਿਹੜੇ ਲੋਕ ਐਮਐਲਏ ਦੀ ਟਿਕਟ ਲੜਨ ਲਈ ਲੜਦੇ ਨੇ, ਜਿਨ੍ਹਾਂ ਦਾ ਕੋਈ ਸੈਲਫ ਇੰਟਰਸਟ ਆ, ਉਹ ਭਗਤ ਸਿੰਘ ਦੀ ਵਿਚਾਰਧਾਰਾ ਤੇ ਨਹੀਂ ਚੱਲ ਸਕਦੇ। ਜਿਨ੍ਹਾਂ ਦਾ ਨਿੱਜੀ ਮਫਾਦਾਂ ਦੇ ਲਈ ਇੱਥੇ ਯੂਨੀਵਰਸਿਟੀ ਜਾ ਕੇ ਕੈਂਪਸ 'ਚ ਪੋਲਿਟਿਕਸ ਕਰਨੀ ਆ, ਉਹ ਦੇਸ਼ ਦੇ ਬਾਰੇ ਕੀ ਸੋਚਣਗੇ, ਉਹ ਲੋਕਾਂ ਬਾਰੇ ਕੀ ਸੋਚਣਗੇ? ਬੜਾ ਅਹਿਮ ਪੁਆਇੰਟ ਆ ਕਿ ਜਿਨ੍ਹਾਂ ਨੇ ਵਰਕਰਾਂ ਦੇ ਧਰਨੇ ਦੇ ਵਿੱਚ ਵੀ ਉਹ ਦੇਖਣ ਨੂੰ ਮਿਲਿਆ। ਭਗਤ ਸਿੰਘ ਮਜ਼ਦੂਰਾਂ ਦੀ ਗੱਲ ਕਰਦਾ, ਕਿਸਾਨਾਂ ਦੀ ਗੱਲ ਕਰਦਾ, ਬਟ ਉਹ ਮਜ਼ਦੂਰਾਂ ਦੇ ਧਰਨੇ ਦੇ ਵਿੱਚ ਕੋਈ ਵੀ ਨਹੀਂ ਆਇਆ। ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਆਪਣੇ ਨਿੱਜੀ ਮਫਾਦ ਦੇਖਦੇ ਸਾਰੇ। ਨਿੱਜੀ ਮਫਾਦ ਵੀ ਹੋਣੇ ਚਾਹੀਦੇ ਆ। ਜੇ ਦੇਖੋ ਆਪਾਂ ਚੰਗੇ ਸਮਾਜ ਦੀ ਸਿਰਜਣਾ ਦੀ ਗੱਲ ਕਰਦੇ ਆ, ਜਦੋਂ ਆਪਾਂ ਕਹਿੰਦੇ ਕਿ ਸਟੂਡੈਂਟ ਐਕਟਿਵਿਜ਼ਮ ਹੋਣਾ ਚਾਹੀਦਾ, ਕਿ ਸਟੂਡੈਂਟ ਐਕਟਿਵਿਜ਼ਮ ਦੇ ਨਾਲ ਚੰਗੇ ਲੀਡਰ ਨਿਕਲਦੇ ਆ, ਤੇ ਉਸ ਦੇ ਵਿੱਚ ਕੀ ਦਿੱਕਤ ਆ? ਸਟੂਡੈਂਟ ਚੰਗੇ ਸਟੂਡੈਂਟ ਲੀਡਰ ਜੇ ਕੱਲ ਨੂੰ ਐਮਐਲਏ ਐਮਪੀ ਬਣਨਗੇ ਤਾਂ ਚੰਗੇ ਸਮਾਜ ਦੀ ਸਿਰਜਣਾ ਹੀ ਹੋਊ। ਵੈਸੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਨ੍ਹਾਂ ਦੇ ਉੱਪਰ ਹੁਣੀ ਥੋੜਾ ਚਿਰ ਪਹਿਲਾਂ ਆਪਾਂ ਇਲਜ਼ਾਮ ਲਗਾ ਕੇ ਹਟੇ, ਮੀਤ ਹੇਅਰ, ਉਹ ਵੀ ਯੂਨੀਵਰਸਿਟੀ ਚੋਂ ਨਿਕਲੇ ਨੇ। ਇਹਦੀ ਜਦੋਂ ਅਸੀਂ ਹੋਰ ਮੁੰਡਿਆਂ ਦੀ ਗੱਲ ਕਰ ਲਈਏ, ਵੱਖ-ਵੱਖ ਮੁੰਡੇ ਜਿਹੜੇ ਨੇ ਇੱਥੇ ਹੀ ਪੜ੍ਹਦੇ ਰਹੇ ਨੇ, ਇੱਥੋਂ ਹੀ ਐਮਐਲਏ ਹੁਣ ਬਣੇ ਨੇ। ਕਾਂਗਰਸ ਦੀ ਅਸੀਂ ਗੋਲਡ ਦੀ ਗੱਲ ਕਰ ਲਈਏ, ਆਮ ਅਕਾਲੀ ਦਲ ਦੀ ਗੱਲ ਕਰ ਲਈਏ, ਤਾਂ ਲੱਗਦਾ ਨਹੀਂ ਕਿ ਉਹ ਚੰਗੇ ਬਣੇ ਨੇ, ਜਾਂ ਉਹ ਫਿਰ ਸਿਆਸੀ ਅਸਰ ਹੋ ਜਾਂਦਾ ਉਹਨਾਂ ਤੇ? ਉਹਨਾਂ ਦਾ ਥੋੜਾ ਜਿਹਾ ਕੀ ਹੁੰਦਾ ਕਿ ਹਾਈਜੈਕ ਹੋ ਚੁੱਕੇ ਨੇ ਉਹ ਆਪਣਾ ਉਹਨਾਂ ਦਾ ਜ਼ਮੀਰ ਮੈਨੂੰ ਲੱਗਦਾ ਕਿ ਮਰ ਚੁੱਕਿਆ। ਜਦੋਂ ਬੰਦੇ ਦਾ ਜ਼ਮੀਰ ਮਰ ਜੇ ਫਿਰ ਉਹਨੂੰ ਆਪਾਂ ਕੀ ਕਹਿ ਸਕਦੇ ਆ? ਇਸੇ ਕਰਕੇ ਉਹ ਦੇਖੋ ਵੀ ਇੱਥੇ ਹੀ ਚਾਵਾਂ ਪੀਂਦੇ ਰਹਿੰਦੇ ਨੇ। ਪੰਜਾਬ 'ਚ ਹੜ੍ਹ ਆਏ ਨੇ, ਇੱਥੇ ਆਪਣੇ ਮੀਤੇਰ ਜੀ ਇੱਥੇ ਆਪਣਾ ਮਾਮਾ ਮੀਆਂ ਦੇ ਕੋਲ। ਉਸ ਤੋਂ ਬਾਅਦ ਸਪੋਰਟਸ ਮਿਨਿਸਟਰ ਨੇ, ਸਭ ਤੋਂ ਵੱਡਾ ਸਵਾਲ ਹੈ ਨਾ, ਸਪੋਰਟਸ ਮਿਨਿਸਟਰ ਨੇ ਤੁਹਾਡਾ ਐਜ਼ ਅ ਸਪੋਰਟਸ ਮਿਨਿਸਟਰ ਪੰਜਾਬ ਯੂਨੀਵਰਸਿਟੀ ਨੂੰ ਕੀ ਦਿੱਤਾ ਤੁਸੀਂ? ਮੈਂ ਹੁਣ ਕਿਉਂਕਿ CYSS ਹੈ ਨਹੀਂ ਇੱਥੇ, ਨਹੀਂ ਤਾਂ ਸਵਾਲ ਉਹਨਾਂ ਤੋਂ ਵੀ ਪੁੱਛ ਨਹੀਂ, ਰਹੇ ਨਹੀਂ, ਬਈ। ਵੈਸੇ ਜਿਹੜੀ ਗੱਲ ਹੈਗੀ, ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਭਗਤ ਸਿੰਘ ਦੀ ਸੋਚ ਨੂੰ ਅਸੀਂ ਸਾਰੇ ਫੋਲੋ ਕਰਦੇ ਹਾਂ, ਪਰ ਲੱਗਦਾ ਕਿ ਉਸ ਨੂੰ ਜਿਸ ਤਰੀਕੇ ਨਾਲ ਬਾਈ ਹੁਣੀ ਗੱਲ ਕਰ ਰਹੇ ਸੀ ਵੀ ਮਸਲਾ ਤਾਂ ਇੱਕੋ ਹੀ ਹੈ, ਇਕੱਠੇ ਹੋਣਾ ਚਾਹੀਦਾ ਸਾਨੂੰ। ਇਕੱਠੇ ਹੋਣਾ ਜੀ, ਆਏ ਆ ਜੀ, ਜੇ 10 ਜਾਣੇ ਖੜੇ ਨੇ ਇੱਥੇ, 10 ਦੇ ਦਿਮਾਗ 'ਚ ਅੱਡ-ਅੱਡ ਚੀਜ਼ ਹੈ। ਹਰੇਕ ਬੰਦੇ ਦੀ ਅੱਡ ਸੋਚ ਹੈ, ਹਰੇਕ ਦਾ ਅੱਡ ਆਈਡਲ ਹੈ। ਭਗਤ ਸਿੰਘ ਦੀ ਸੋਚ ਇੱਕ ਇਸ ਸਮਾਜ 'ਚ ਲਿਆਉਣਾ ਇੱਕ ਬਹੁਤ ਵੱਡਾ ਮੁੱਦਾ ਵੀ ਹੈ ਤੇ ਬਹੁਤ ਵੱਡਾ ਚੈਲੰਜ ਵੀ ਹੈ। ਮੈਂ ਤਾਂ ਕਹਿੰਦਾ ਜੇ ਆਪਣਾ ਕਨਸਟੀਟਿਊਸ਼ਨ ਹੈ, ਐਡੀ ਵੱਡੀ ਕਮੇਟੀ ਨੇ ਦਿੱਤਾ, ਇੰਨੇ ਸਾਰੇ ਦੁਨੀਆ ਦੇ ਕਨਸਟੀਟਿਊਸ਼ਨਸ 'ਚੋਂ ਲੈ ਕੇ ਇੱਕ ਕਨਸਟੀਟਿਊਸ਼ਨ ਬਣਾਇਆ। ਬਾਸਕਟ ਹੈ, ਇੱਕ ਬਾਸਕਟ 'ਚ ਜਿਹੜੇ ਅੱਡ-ਅੱਡ ਥਾਵਾਂ ਤੋਂ ਚੀਜ਼ਾਂ ਪਾਈਆਂ। ਜੇ ਮੈਂ ਕਹਿੰਦਾ ਜੇ ਕਨਸਟੀਟਿਊਸ਼ਨ ਨੂੰ ਇਹ ਛੇੜਛਾੜ ਨਾ ਕਰਨ, ਇੱਕ ਵਧੀਆ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਕਰਦੇ, ਤੇ ਉਹ ਵੀ ਡਾਈਵਰਸਿਟੀ ਬਾਰੇ ਗੱਲ ਕਰਦਾ, ਉਹ ਵੀ ਸੋਵਰੇਨਟੀ ਬਾਰੇ ਗੱਲ ਕਰਦਾ, ਉਹ ਵੀ ਗੱਲ ਕਰਦਾ ਕਿ ਇੱਥੇ ਕੋਈ ਇਸ ਦੇਸ਼ ਦਾ ਕੋਈ ਧਰਮ ਨਹੀਂ, ਇੱਥੇ ਸਭ ਇਕੁਅਲ ਵੈਲਿਊ ਦੇ ਆ। ਜੇ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਨਾ, ਮੈਨੂੰ ਲੱਗਦਾ ਭਗਤ ਸਿੰਘ ਦੀ ਸੋਚ ਆਪਦੇ ਆਪ ਉਹਦੇ ਵਿੱਚ ਹੀ ਕਿਤੇ ਨਾ ਖਾਸ ਕਰਕੇ ਯੂਨੀਵਰਸਿਟੀ ਦੇ ਵਿੱਚ ਮੈਨੂੰ ਲੱਗਦਾ ਕਿ ਭਗਤ ਸਿੰਘ ਦੀ ਸੋਚ ਦੀ ਜੇ ਗੱਲ ਹੋ ਰਹੀ ਹੈ ਤਾਂ ਸਾਰਿਆਂ ਨੂੰ ਵਿਚਾਰਧਾਰਾ ਇੱਕ ਰੱਖਣੀ ਚਾਹੀਦੀ ਹੈ, ਮਤ ਇੱਕ ਰੱਖਣੀ ਚਾਹੀਦੀ ਹੈ, ਵਿਦਿਆਰਥੀਆਂ ਦੇ ਮਸਲੇ ਹੱਲ ਕਰਾਉਣੇ ਚਾਹੀਦੇ। ਬਿਲਕੁਲ, ਅਸੀਂ ਵਿਚਾਰ ਸਾਰਿਆਂ ਦੇ ਜਿਵੇਂ ਮਸਲੇ ਭਗਤ ਸਿੰਘ ਨੂੰ ਸਾਰੇ ਸਨਮਾਨ ਕਰਦੇ ਨੇ, ਉਹਨਾਂ ਸ਼ਹਾਦਤ ਦਿੱਤੀ ਏ, ਤੇ ਇਹ ਗੱਲ ਹੈ ਵੀ ਸਾਰੇ ਸਤਿਕਾਰ ਕਰਦੇ ਨੇ, ਚੱਲਣ ਦੀ ਕੋਸ਼ਿਸ਼ ਕਰਦੇ ਨੇ। ਕੋਈ ਦਾ ਚੱਲਣ ਦਾ ਢੰਗ ਵੱਖੋ-ਵੱਖ ਹੋ ਸਕਦਾ ਹੈ, ਤੇ ਉਹਦੇ ਤੇ ਚੱਲਦੇ ਨੇ। ਇਸ ਗੱਲ ਨਾਲ ਤੇ ਕੋਈ ਅਸਹਿਮਤੀ ਉਹ ਹੈ ਹੀ ਨਹੀਂ ਹੈ ਗੱਲ ਦੇ ਵਿੱਚ। ਇਹ ਤੇ ਆਵੇ ਵੀ ਹੁਣ ਹਰ ਕੋਈ ਵੀ ਆਰਗੇਨਾਈਜੇਸ਼ਨ ਹੈ, ਉਹਦਾ ਚੱਲਣ ਦਾ ਸਿਸਟਮ ਹੁਣ ਕਿਸੇ ਦੀ ਦਿੱਲੀੋਂ ਚੱਲਦੀ ਏ, ਕਿਸੇ ਦੀ ਪੰਜਾਬ ਚੱਲਣੀ, ਤੇ ਉਹਨਾਂ ਨੂੰ ਜਿਵੇਂ ਦੀ ਰਾਜਨੀਤੀ ਸੂਟ ਕਰਦੀ ਉਵੇਂ ਦੀ ਉਹਨਾਂ ਰਾਜਨੀਤੀ ਕਰਨੀ। ਜਿੰਨਾ ਕਿ ਸਮਾਂ ਇੱਕ ਚੀਜ਼ ਐਡ ਆਨ ਕਰਨਾ ਚਾਹੂੰਗਾ, ਇਸ ਯੂਨੀਵਰਸਿਟੀ ਦਾ ਕਲਚਰ ਰਿਹਾ ਜੀ, ਜਦੋਂ ਵੀ ਕਿਸੇ ਦੇ ਖਿਲਾਫ ਕੋਈ ਅਤਿਆਚਾਰ ਹੋਇਆ ਜਾਂ ਨਾਇਨਸਾਫੀ ਹੋਈ ਆ, ਅਬਵ ਦਾ ਪਾਰਟੀ ਲਾਈਨ, ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਰ ਇੱਕ ਵੀਰ, ਚਾਹੇ ਉਹ ਅਕਾਲੀ ਦਲ ਤੋਂ ਹੋਵੇ, ਚਾਹੇ ਕਾਂਗਰਸ ਤੋਂ ਹੋਵੇ, ਚਾਹੇ ਕੋਈ ਆਪਣਾ ਲੈਫਟ ਆਰਗੇਨਾਈਜੇਸ਼ਨ ਹੋਵੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੀਤਾ। ਔਰ ਇਹੀ ਖੂਬਸੂਰਤੀ ਅਖੀਰ ਤੇ ਕਿਉਂਕਿ ਤੁਸੀਂ ਅਤਿਆਚਾਰ ਦੀ ਗੱਲ ਕੀਤੀ, ਤੁਹਾਡੇ ਤੇ ਇਲਜ਼ਾਮ ਲੱਗੇ ਨੇ ਪਿੱਛੇ ਦੇ ਵੀ ਤੁਹਾਡੇ ਡਿਪਟੀ ਐਕਸੀਐਮ ਜਿਹੜੇ ਰਹੇ ਨੇ, ਉਹਨਾਂ ਦੇ ਬੇਟੇ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਉਹ ਕਹਿੰਦੇ ਤੁਸੀਂ ਅਤਿਆਚਾਰ। ਦੇਖੋ ਜੀ, ਜਦੋਂ ਕੋਈ ਫੈਮਿਲੀ ਫੰਕਸ਼ਨ 'ਚ ਜਾਊਗਾ, ਤੁਸੀਂ ਹੁਣ ਹਰਦੀਪ ਜੀ, ਤੁਸੀਂ ਕੋਈ ਫੈਮਿਲੀ ਫੰਕਸ਼ਨ 'ਚ ਜਾਂਦੇ ਹੋ, ਕਿ ਤੁਸੀਂ ਲੜਨ ਜਾਓਗੇ ਕਿਸੇ ਨਾਲ? ਪੱਗ ਤੁਹਾਡੇ ਸਿਰ ਤੇ ਹੋਵੇ, ਤੁਸੀਂ ਕਿਸੇ ਨੂੰ ਹੱਥ ਪਾਉਣ ਦਾ ਮਾਦਾ ਰੱਖੋਗੇ? ਤੁਹਾਨੂੰ ਪਹਿਲਾਂ ਇਹ ਹੋਊਗਾ ਕਿ ਮੈਂ ਆਪਦੀ ਇੱਜ਼ਤ ਜਿਹੜੀ ਹੈ ਉਹ ਬਚਾਵਾਂ। ਇਦਾਂ ਹੀ ਉਦੈ ਵੀਰ ਰੰਧਾਵਾ ਜੀ ਜਿਹੜੇ ਨੇ ਆਪਣੇ ਫੈਮਿਲੀ ਫੰਕਸ਼ਨ, ਆਪਣੀ ਸਿਸਟਰ, ਵੱਡੇ ਸਿਸਟਰ ਨੂੰ ਦੀ ਆਪਣੇ ਬਰਥਡੇ ਪਾਰਟੀ ਅਟੈਂਡ ਕਰਨ ਜਾਂਦੇ ਨੇ ਆਪਣੇ ਫੈਮਿਲੀ ਦੇ ਨਾਲ। ਉੱਥੇ ਬੁਕਿੰਗ ਹੁੰਦੀ ਆ ਪ੍ਰਾਈਵੇਟਲੀ, ਔਰ ਇਹ ਜਿਹੜਾ ਕੂੜ ਪ੍ਰਚਾਰ ਜਿਹੜਾ ਮੀਡੀਆ ਵੱਲੋਂ ਕੀਤਾ ਗਿਆ, ਔਰ ਉਹ ਸਾਡੇ ਯੂਨੀਵਰਸਿਟੀ ਦਾ ਸਾਥੀ ਆ, ਉਹਨੂੰ ਮਿਸਗਾਈਡ ਕੀਤਾ ਗਿਆ। ਕੀ ਗੱਲ ਹੋਈ ਉੱਥੇ ਕਿ ਜਦੋਂ ਉਦੈ ਵੀਰ ਰੰਧਾਵਾ ਵਾਸ਼ਰੂਮ 'ਚ ਜਾਂਦਾ, ਕੱਲਾ ਜਾਂਦਾ, 3 ਨੌਜਵਾਨ ਪਿੱਛਾ ਕਰਦੇ ਆ। CCTV ਫੁਟੇਜ ਕਢਵਾਓ, ਮੈਂ ਬੁੱਧੀਜੀਵੀਆਂ ਨੂੰ ਕਹੂੰਗਾ, ਤੁਹਾਡੇ ਚੈਨਲ ਵਾਲਿਆਂ ਨੂੰ ਵੀ ਕਹੂੰਗਾ, ਜਿਹੜੇ ਮਤਲਬ ਇਹ ਵੱਡੇ ਕਰਦੇ ਸੀ। ਸੁਖੀ ਰੰਧਾਵੇ ਦੇ ਮੁੰਡੇ ਨੇ ਚੰਨ ਚਾੜਤਾ, ਮੈਂ ਉਹਨਾਂ ਨੂੰ ਕਹੂੰਗਾ ਤੁਹਾਡੇ ਤੇ ਸੋਰਸਿਸ ਹੀ ਬਹੁਤ ਨੇ, ਆਪਣੇ ਭਰੋਸੇਮੰਦ ਸੂਤਰਾਂ ਨੂੰ ਹੁਣ ਕਹੋ ਕਿ ਕੀ ਉਹ ਸੁੱਤੇ ਨੇ, ਜਾ ਕੇ ਵੈਰੀਫਾਈ ਕਰੋ।
ਫਿਰ ਜਾ ਕੇ ਕੋਈ ਗੱਲ ਕਰੋ। ਜਦੋਂ ਇੱਕ ਗੱਲ ਬੋਲੂੰਗਾ, ਜਦੋਂ ਕਿਸੇ ਦੀ ਪੱਗ ਨੂੰ ਹੱਥ ਪਊਗਾ, ਪੱਗ ਇੱਕ ਇੱਜ਼ਤ ਦਾ ਪ੍ਰਤੀਕ ਹੈ ਸਾਡਾ, ਸਾਡੇ ਗੁਰੂਆਂ ਪੀਰਾਂ ਨੇ ਬਖਸ਼ੀ ਆ। ਉਹ ਵੀਰ ਨੇ ਗੱਲ ਬਈ ਆ ਸਿੰਘਾਂ ਵਾਲੀ ਕਰਨੀ ਚਾਹੀਦੀ ਆ, ਔਰ ਉਹ ਵੀਰ ਨੂੰ ਮੈਂ ਕਹੂੰਗਾ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਗੁਰੂ ਪੀਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਹਿ ਕਿ ਇਹ ਗੱਲ ਸੱਚ ਹੈ। ਕਿਉਂਕਿ ਸਟੂਡੈਂਟ ਪੋਲਿਟਿਕਸ ਮੈਨੂੰ ਲੱਗਦਾ ਕਿ ਵਿਚਾਰਾਂ ਤੱਕ ਰਹਿਣੀ ਚਾਹੀਦੀ, ਲੱਗਦਾ ਕਿ ਇਦਾਂ ਦਾ, ਕਿਉਂਕਿ ਐਸਓਈ ਦਾ ਨੌਜਵਾਨ ਸੀ ਉਹ, ਤਾਂ ਇਹ ਐਸਓਆਈ ਨਾਲ ਕੋਈ ਨਹੀਂ, ਉਹਨਾਂ ਦੀ ਆਪਦੀ ਪਰਸਨਲ ਰੰਜਿਸ਼ ਸੀ, ਉਸ ਦੇ ਸੰਬੰਧ 'ਚ ਇਹ ਸਭ ਕੁਝ ਹੋਇਆ। 4 ਸਾਲ ਪੁਰਾਣੀ ਲੜਾਈ ਸੀ, ਪਰ ਜੋ ਹੋਇਆ ਗਲਤ ਹੋਇਆ। ਬਣਦੀ ਕਾਰਵਾਈ ਜੋ ਵੀ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ, ਉਹਨੂੰ ਉਹਦੇ ਭਾਵੇਂ ਇਸ ਗੱਲ ਦਾ ਇੰਪੈਕਟ ਨਹੀਂ ਪੈਣਾ ਚਾਹੀਦਾ ਕਿ ਇੱਕ ਪਾਸੇ ਆਪਣੇ ਗ੍ਰਹਿ ਮੰਤਰੀ ਸੀ ਤੇ ਦੂਜੇ ਪਾਸੇ ਇੱਕ ਆਮ ਸਟੂਡੈਂਟ ਸੀ। ਜਿਹੜੀ ਬਣਦੀ ਕਾਰਵਾਈ ਜਾਇਜ਼ ਕਾਰਵਾਈ ਹੈ, ਸੀਸੀਟੀਵੀ ਕਢਾ ਕੇ ਕਰਨੀ ਚਾਹੀਦੀ। ਹੁਣ ਮੈਨੂੰ ਲੱਗਦਾ ਕੁੱਲ ਮਿਲਾ ਕੇ ਯੂਨੀਵਰਸਿਟੀ ਦੇ ਮਸਲੇ ਤੇ ਆ ਜਾਈਏ, ਸਾਰੀਆਂ ਚੀਜ਼ਾਂ ਅਖੀਰ ਤੇ ਐਸਐਫਐਸ ਨੂੰ ਲੋਕ ਕਿਉਂ ਚੁਣਨ? ਮੈਂ ਇਸ ਕਰਕੇ ਚੁਣਨ ਕਿਉਂਕਿ ਐਸਐਫਐਸ ਇੱਥੇ ਲਗਾਤਾਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਸਿਰਫ ਗੱਲ ਨਹੀਂ ਕਰਦੀ, ਕੰਮ ਕਰਦੀ ਹੈ। ਚਾਹੇ ਵਰਕਰਾਂ ਦਾ ਇਸ਼ੂ ਹੋਵੇ, ਚਾਹੇ ਉਹ ਮਜ਼ਦੂਰਾਂ ਦਾ ਇਸ਼ੂ ਹੋਵੇ, ਚਾਹੇ ਕਿਸਾਨਾਂ ਦਾ ਇਸ਼ੂ ਹੋਵੇ, ਇੱਥੇ ਵੱਡੇ ਪੱਧਰ ਤੇ ਲਾਮਬੰਦੀ ਵੀ ਕਰਦੀ ਹੈ। ਤੇ ਇਸ ਮਾਡਲ ਨੂੰ ਪ੍ਰਾਈਵੇਟ ਜਿਹੜਾ ਕਰਦਾ, ਹਰ ਚੀਜ਼ ਨੂੰ ਕੰਟਰੈਕਟ ਆਊਟ ਕਰਦਾ, ਉਹਦੇ ਖਿਲਾਫ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਮੂਵਮੈਂਟ ਖੜੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰ ਰਿਹਾ। ਐਨਐਸਆਈ ਜਿਹੜੀ ਹੈਗੀ ਤੁਹਾਡੀ ਐਨਐਸਯੂਆਈ, ਇਹਨੂੰ ਕਿਉਂ ਚੁਣ ਲਓ? ਹਮੇਸ਼ਾ ਹੱਕਾਂ ਦੀ ਗੱਲ ਕੀਤੀ ਐਨਐਸਆਈ ਨੇ, ਔਰ ਸੈਕੂਲਰ ਸਾਡੀ ਜਿਹੜੀ ਸੋਚ ਆ ਉਸ ਤੇ ਆਪਾਂ ਪਹਿਰਾ ਦਿੰਨੇ ਆ। ਸਾਡੇ ਲਈ ਸਮਾਜ ਦਾ ਹਰ ਇੱਕ ਵਰਗ ਦਾ ਜਿਹੜਾ ਸਟੂਡੈਂਟ ਆ ਸਾਡੇ ਲਈ ਸਤਿਕਾਰਯੋਗ ਆ, ਔਰ ਅਸੀਂ ਉਹਨੂੰ ਨਾਲ ਲੈ ਕੇ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਉਹਦੇ ਲਈ ਕਰਾਂਗੇ, ਔਰ ਸਾਡੇ ਕੀਤੇ ਕੰਮਾਂ ਦੀ ਬਦੌਲਤ ਸਾਨੂੰ ਜਿਹੜੇ ਵੋਟ ਕਰ। ਐਸਓਆਈ ਕਿਉਂ ਚੁਣ ਲੋਕੀ? ਕਿਉਂਕਿ ਤੁਸੀਂ ਆਪਣੇ ਵੱਲੋਂ ਤਾਂ ਐਤਕੀ ਪਹਿਲ ਕਦਮੀ ਕੀਤੀ ਹੈ, ਆਪਣੀ ਕੌਂਸਲ ਪਹਿਲਾਂ ਅਨਾਉਂਸ ਕਰਤੀ ਹੈ, ਲੋਕੀ ਤੁਹਾਡੇ ਨਾਲ ਕਿਉਂ ਆਉਣ? ਸਾਡੇ ਨਾਲ ਸਭ ਤੋਂ ਵੱਡਾ ਕਾਰਨ ਹੈ ਜੀ, ਐਸਓਆਈ ਇੱਕ ਇਹੋ ਜਿਹੀ ਜਥੇਬੰਦੀ ਹੈ ਜਿਹੜੀ ਭਗਤ ਸਿੰਘ ਦੇ ਆਪਣੇ ਸੋਚਾਂ ਤੇ ਵੀ ਪਹਿਰਾ ਦਿੰਦੀ ਹੈ, ਡਾਕਟਰ ਅੰਬੇਦਕਰ ਤੇ ਵੀ। ਕੁੱਲ ਮਿਲਾ ਕੇ ਕਨਸਟੀਟਿਊਸ਼ਨ 'ਚ ਜਿਹੜੇ ਵੀ ਰਾਈਟ ਸਟੂਡੈਂਟਸ ਨੂੰ ਮਿਲਣੇ ਚਾਹੀਦੇ ਆ ਜਾਂ ਹੋਰ ਵੀ ਹੱਕ ਹੈ, ਮੈਂ ਕਹਿੰਦਾ ਐਸਓਆਈ ਪ੍ਰਾਊਡਲੀ ਇਹ ਕਹਿਣਾ ਚਾਹੁੰਦਾ, ਐਸਓਆਈ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਸਰਕਾਰ ਤੋਂ 6 ਕਰੋੜ ਰੁਪਏ ਸਰਪਲਸ ਓਵਰ ਦਾ ਬਜਟ ਲੈ ਕੇ ਆਈ ਹੈ, ਜਾਂ ਕਦੇ ਵੀ ਪਹਿਲ ਕਰਨ ਚ ਹੁੰਦੀ ਹੈ ਵੀ ਜਿਹੜੇ ਸਟੂਡੈਂਟਸ ਦੀ ਭਲਾਈ ਕਿਸੇ ਇਕੱਲੋਂ ਘੱਟ ਨਾ ਰਹੇ। ਜੇ ਸਟੂਡੈਂਟ ਦੂਜਾ ਨਾਮ ਸਟੂਡੈਂਟ ਪੋਲਿਟਿਕਸ ਦੇ ਵੈਲਫੇਅਰ ਦਾ, ਤਾਂ ਇੱਕ ਟਾਈਮ ਤੇ ਅੱਜ ਦੇ ਟਾਈਮ ਤੇ ਵੀ ਐਸਓਆਈ ਹੈ। ਠੀਕ ਹੈ, ਸੱਥ ਬਾਈ ਕਿਉਂ ਸੱਥ ਦੇ ਨਾਲ ਜੁੜਨ? ਕੀ ਲੱਗਦਾ ਕਿਹੜੇ ਮਸਲੇ ਬਾਕੀ ਪਾਰਟੀਆਂ ਨਹੀਂ ਹੱਲ ਕਰਾਂਗੇ? ਇਹ ਆਮ ਘਰਾਂ ਦੇ ਬੱਚਿਆਂ ਦੀ ਖੜੀ ਕੀਤੀ ਹੋਈ ਪਾਰਟੀ ਹੈ, ਜਿਹੜੇ ਖੁਦ ਚਲਾ ਰਹੇ, ਕਿਸੇ ਨਾਲ ਕੋਈ ਐਫੀਲੀਏਸ਼ਨ ਨਹੀਂ, ਇੱਥੇ ਕੰਮ ਕਰਦੇ ਆ, ਸਾਰਾ ਸਾਲ ਕਰਦੇ ਆ। ਯੂਨੀਵਰਸਿਟੀ ਦੇ ਕੈਂਪਸ ਹਮੇਸ਼ਾ ਹੀ ਇਸ ਇਸ਼ੂ ਚੱਕਦੇ ਆਏ ਆ। ਉਹਦੇ ਨਾਲ ਨਾਲ ਜੋ ਸੁਸਾਇਟੀ ਦੀ ਹੁਣ ਭਾਵੇਂ ਮੱਤੇਵਾੜਾ ਹੋਵੇ, ਭਾਵੇਂ ਅੱਜ ਫਲੱਡਾਂ ਦੀ ਗੱਲ ਹੋਵੇ, ਜਿੰਨਾ ਸਾਡੇ ਤੋਂ ਆਪਣੇ ਜੁਰਿਸਡਿਕਸ਼ਨ 'ਚ ਰਹਿ ਗੱਲ ਹੁੰਦੀ ਹੈ, ਅਸੀਂ ਉਹ ਵੀ ਕਰਨੇ ਆ, ਤੇ ਅਸੀਂ ਹਮੇਸ਼ਾ ਹੀ ਗੱਲ ਕਰਦੇ ਰਵਾਂਗੇ ਸਾਰਿਆਂ ਦੀ।